कि गमे इम्तिहान ने ताहिर बना दिया, दुनिया की मोहब्बत ने कुछ कायर बना दिया, दुनिया में फंसा रहता तो कुछ भी ना कर पाता, इस दुनिया की बेवफाई ने शायर बना दिया। क्या बात। शायरी ਉਹਦੀ ਆਮਦ ਹੈ। ਤੁਸੀਂ ਵੀ ਕੋਈ ਉਸਤਾਦ ਧਾਰਿਆ ਸੀ, ਕੋਈ ਆਈਡਲ ਮਨ ਦੇ ਵਿੱਚ ਸੋਚਿਆ ਸੀਗਾ ਵੀ ਰਿੱਕੀ ਸ਼ੇਰਪੁਰੀ ਜੇ ਬਣੂਗਾ ਤਾਂ ਕੁਝ ਸੋਚ ਕੇ ਬਣੂਗਾ, ਕੁਝ ਲਿਖਣ ਕੀ ਮਤਲਬ ਕਿ ਆਗਾਜ਼ ਕਿਵੇਂ ਹੋਇਆ, ਇੱਕ ਸ਼ਾਇਰ ਦਾ ਆਗਾਜ਼ ਕਿਵੇਂ ਹੋਇਆ? ਵੈਸੇ ਕੋਈ ਉਸਤਾਦ ਨਹੀਂ ਜਿਹਦੇ ਕੋਲੋਂ ਮੈਂ ਬਕਾਇਦਗੀ ਦੇ ਨਾਲ ਕੋਈ ਬਹਿਰ ਵਜ਼ਨ ਕੋਈ ਖਿਆਲ ਜਾਂ ਬੰਦਸ਼ ਦੀ ਮੈਂ ਸਿੱਖਿਆ ਲਈ ਹੋਵੇ, ਕੋਈ ਉਸਤਾਦ ਨਹੀਂ ਇੱਦਾਂ ਦੇ। ਇਹ ਪਰਮਾਤਮਾ ਵੱਲੋਂ ਜੋ ਹਲਕਾ ਫੁਲਕਾ ਲਿਖ ਲੈਂਦਾ ਤੁਕਬੰਦੀ ਉਹ ਆ। ਜੇਕਰ ਦੇਖਿਆ ਜਾਵੇ ਤਾਂ ਦੁਨੀਆ ਦੇ ਵਿੱਚ ਕੋਈ ਉਸਤਾਦ ਨਹੀਂ ਜਿਹਨੂੰ ਮੈਂ ਬਕਾਇਦਗੀ ਨਾਲ ਸਿੱਖਿਆ ਹੋਵੇ। ਤੇ ਦੂਸਰਾ ਪੱਖ ਇਹ ਹੈ ਕਿ ਦੁਨੀਆ ਦਾ ਹਰ ਇੱਕ ਇਨਸਾਨ, ਚਾਹੇ ਉਹ 2 ਮਹੀਨੇ ਦਾ ਬੱਚਾ ਤੇ ਚਾਹੇ 100 ਸਾਲ ਦਾ ਬਜ਼ੁਰਗ, ਉਹ ਸਾਰਾ ਮੇਰਾ ਸਾਰੇ ਉਸਤਾਦ ਹੀ ਆ, ਕਿਉਂਕਿ ਕੋਈ ਨਾ ਕੋਈ ਜ਼ਿੰਦਗੀ 'ਚ ਸਿੱਖਿਆ ਦੇ ਕੇ ਹੀ ਗਏ ਨੇ। ਮੈਂ ਇੱਕ ਗੱਲ ਬੜੀ ਕਹਿੰਦਾ ਹੁੰਦਾ ਵਾ, ਡਰ ਕੇ ਕਹਿੰਦਾ, ਪਰਮਾਤਮਾ ਤੋਂ ਸੁਣਨ ਵਾਲੇ ਪਤਾ ਨਹੀਂ ਕਹਿਣਗੇ, ਪਰ ਸਰਕਾਰਾਂ ਕਈ ਨੇ ਇਹ ਲਿਮਟਿਡ ਨੇ, ਇਹ ਕੁਛ ਹੱਦ ਤੱਕ ਕਾਨੂੰਨ ਪਾਸ ਕਰ ਸਕਦੀਆਂ ਨੇ ਕਿਸੇ ਦੇ ਹੱਕ 'ਚ, ਕਿਸੇ ਦੇ ਖਿਲਾਫ, ਕਿਸੇ ਧਰਮ ਦੇ ਹੱਕ ਦੇ ਵਿੱਚ, ਕਿਸੇ ਧਰਮ ਦੇ ਖਿਲਾਫ। ਪਰ ਇੱਕ ਸਰਕਾਰ ਸਭ ਤੋਂ ਉੱਪਰ ਆ, ਉਹ ਅਕਾਲ ਪੁਰਖ ਦੀ, ਉਹਦੀ ਕੋਈ ਜ਼ਾਤ ਨਹੀਂ। ਮੈਂ ਕਿਸੇ ਧਰਮ ਦੇ ਕਾਬਲ ਯਾਰੋ ਹੋਇਆ ਨਹੀਂ, ਜਿਉਂਦੇ ਜੀ ਮੈਂ ਅੱਜ ਤੱਕ ਜੇਕਰ ਮੋਇਆ ਨਹੀਂ। ਮੈਂ ਸਿੱਖ, ਈਸਾਈ, ਹਿੰਦੂ ਤੇ ਮੁਸਲਮਾਨ ਵੀ ਨਹੀਂ ਬਣਿਆ ਜੇ ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਕਿਆ ਬਾਤ। ਮੈਂ ਕਿਸੇ ਦੀ ਪਿਆਸ ਬੁਝਾਉਣ ਲਈ ਪਾਣੀ ਢੋਇਆ ਨਹੀਂ, ਕਿਸੇ ਗਰੀਬ ਲਈ ਮੇਥੋਂ ਕੁਝ ਵੀ ਹੋਇਆ ਨਹੀਂ। ਮੈਂ ਕਿਸੇ ਦੇ ਦਿਲ ਵਿੱਚ ਧੜਕਾਂ, ਉਹ ਅਰਮਾਨ ਵੀ ਨਹੀਂ ਬਣਿਆ, ਓਏ ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਇੱਕ ਗੱਲ ਮੈਂ ਜ਼ਰੂਰ ਚਾਹੂੰਗਾ ਕਿ ਅਕਸਰ ਲੋਕਾਂ ਨਾਲ ਜਦੋਂ ਮਿਲਦਾ ਨਾ ਤਾਂ ਕਹਿ ਦਿੰਦੇ ਨੇ, ਕਹਿੰਦੇ ਵੀ ਹਾਂ ਅਸੀਂ ਨਹੀਂ ਚੇਂਜ ਹੁੰਦੇ, ਵੀ ਅਸੀਂ ਇਸੇ ਰਾਹੇ ਦੇ ਵਿੱਚ ਪਵਾਂਗੇ, ਪਰ ਕੁਝ ਸਮੇਂ ਬਾਅਦ ਉਹ ਵੀ ਜਿਹੜਾ ਅੱਜ ਭੀੜ ਭੜਾਕ ਜੋ ਚੱਲ ਰਿਹਾ ਉਹ ਕਰਨ ਲੱਗ ਜਾਂਦੇ ਨੇ। ਇਹ ਸਵਾਲ ਮੇਰਾ ਰਿੱਕੀ ਬਾਈ ਨੂੰ ਵੀ ਹੋਊਗਾ ਕਿ ਬਾਈ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਭੀੜ ਤੋਂ ਹਟ ਕੇ ਲਿਖਣ ਲੱਗਿਆ ਆ, ਕਿ ਕੀ ਇਹ ਜਿਹੜੀ ਲਾਈਨ ਹੈ ਇਹ ਹਟ ਕੇ ਚੱਲਣ ਵਾਲੀ, ਇਹ ਅਪਣਾਓਗੇ? ਮੈਂ ਤਾਂ ਆਪਣੇ ਆਪ ਨੂੰ ਕਹਿੰਦਾ ਹੀ ਨਹੀਂ ਕੁਛ, ਕਿਉਂਕਿ ਇਸ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਤਾਂ ਘਿਰੇ ਪਏ ਆ। ਸਾਡੀ ਮੱਤ ਕਦੋਂ ਵੱਜ ਜੇ ਬਾਈ ਜੀ ਕੁਛ ਨਹੀਂ ਪਤਾ, ਕਿਸੇ ਦਾ ਨਹੀਂ ਪਤਾ। ਐਵੇਂ ਮੈਂ ਵੱਡੀਆਂ ਛੱਡੀ ਜਾਵਾਂ, ਮੈਂ ਜੀ ਇਹ ਆ ਉਹ ਆ। ਉਹਨੂੰ ਉਹਦੇ ਅੱਗੇ ਅਰਦਾਸ ਜ਼ਰੂਰ ਬੇਨਤੀ ਆ ਅਕਾਲ ਪੁਰਖ ਦੇ, ਪਰਮਾਤਮਾ ਦੇ ਵੀ, ਸੱਚੇ ਪਾਤਸ਼ਾਹ ਜਿੱਥੇ ਤੂੰ ਹੁਣ ਤੱਕ ਅਕਲ ਬਖਸ਼ੀ ਆ, ਅੱਗੇ ਵੀ ਇਹ ਦਿਮਾਗ ਵੀ ਤੇਰਾ, ਇਹ ਅਲਫਾਜ਼ ਵੀ ਤੇਰੇ, ਇਹ ਆਵਾਜ਼ ਵੀ ਤੇਰੀ, ਇਹਨੂੰ ਜਿਵੇਂ ਚਲਾਉਣਾ ਚਲਾ ਲਈ। ਡਿੱਗਦਾ ਢਹਿੰਦਾ ਲੋਕਾਂ ਦੀਆਂ ਨਿਗਾਹਾਂ 'ਚ ਕਾਇਰ ਬਣ ਗਿਆ ਹਾਂ, ਡਿੱਗਦਾ ਢਹਿੰਦਾ ਲੋਕਾਂ ਦੀਆਂ ਨਿਗਾਹਾਂ 'ਚ ਕਾਇਰ ਬਣ ਗਿਆ ਹਾਂ, ਕੁਛ ਲਿਖਣ ਲੱਗਾ ਸੀ ਤੇ ਲਿਖਦਾ ਲਿਖਦਾ ਸ਼ਾਇਰ ਬਣ ਗਿਆ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਸ਼ਾਇਰੀ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਇੰਟਰੋਡਕਸ਼ਨ ਦਿੱਤੀ ਆ, ਉਹ ਬੋਲਣ ਦਾ ਕੁਝ ਖਾਸ ਕਾਰਨ ਸੀਗਾ। ਸ਼ਾਇਰ ਅਸਲ ਦੇ ਵਿੱਚ ਮਾਇਨੇ ਦੇ ਵਿੱਚ ਦੇਖੀਏ ਤਾਂ ਸ਼ਾਇਰ ਉਹ ਹੁੰਦਾ ਜਿਹੜਾ ਲੋਕਾਂ ਦੀਆਂ ਨਿਗਾਹਾਂ ਨੂੰ ਆਪਣੇ ਅਕਸ਼ਰਾਂ 'ਚ, ਆਪਣੇ ਸ਼ਬਦਾਂ ਦੇ ਵਿੱਚ ਪਰੋ ਕੇ, ਇੱਕ ਲਫ਼ਜ਼ਾਂ ਦੇ ਵਿੱਚ ਪਰੋ ਕੇ ਇੱਕ ਪੰਨੇ 'ਤੇ ਉਤਾਰ ਦਿੰਦਾ ਅਤੇ ਉਹਨਾਂ ਨੂੰ ਲਫ਼ਜ਼ਾਂ ਨੂੰ ਜਦ ਆਪਾਂ ਪੜ੍ਹਦੇ ਹਾਂ ਤਾਂ ਬੜੇ ਸਕੂਨ ਦਿੰਦੇ ਨੇ, ਦਿਲਾਂ ਦੇ ਵਿੱਚ ਵੱਜਦੇ ਨੇ। ਬਹੁਤ ਚੰਗਾ ਕਿਹਾ, ਬਹੁਤ ਵੱਡੇ ਸ਼ਾਇਰ ਹੋਏ ਨੇ, ਪਰ ਕਿਤੇ ਨਾ ਕਿਤੇ ਪੰਜਾਬ ਦੀ ਸ਼ਾਇਰੀ ਜੀ ਮੈਂ ਗੱਲ ਕਰਾਂ ਤਾਂ ਸ਼ਾਇਰ ਬਹੁਤ ਨੇ, ਪਰ ਬਹੁਤ ਘੱਟ ਲੋਕ ਨੇ ਜਿਹੜਾ ਚੰਗਾ ਲਿਖਦੇ ਨੇ, ਚੰਗਾ ਸੁਣਦੇ ਨੇ ਅਤੇ ਚੰਗਾ ਹੀ ਸੁਣਾਉਂਦੇ ਨੇ ਅੱਗੇ। ਅਤੇ ਇਹੀ ਅਗਲਾ ਅਕਸਰ ਗੱਲਬਾਤ ਕਰਦੇ ਨੇ, ਜੇ ਕਿਸੇ ਵਿਚਾਰ ਦੇ ਵਿੱਚ ਬੈਠੇ ਹੋਈਏ, ਕਿਸੇ ਸਮਾਗਮ ਦੇ ਵਿੱਚ ਬੈਠੇ ਹੋਈਏ, ਕਿ ਕਿਸੇ ਨੂੰ ਚੰਗਾ ਹੀ ਸੁਣਾਇਆ ਜਾਵੇ। ਬਹੁਤ ਵੱਡੀ ਕੰਟਰੋਵਰਸ਼ੀਅਲ ਜਿਹੜੀ ਆ ਲਾਈਫ ਚੱਲ ਰਹੀ ਹੈ, ਕੰਟਰੋਵਰਸ਼ੀਅਲ ਇੰਡਸਟਰੀ ਚੱਲ ਰਹੀ ਹੈ, ਜਿੱਥੇ ਹਰ ਇੱਕ ਬਿਆਨ ਅਗਲੇ ਦਿਨ ਆ ਜਾਂਦਾ ਆ। ਫਲਾਣੇ ਸਿੰਗਰ ਨੇ ਫਲਾਣੇ ਸਿੰਗਰ ਨੂੰ ਬਿਆਨ ਕਰਤਾ ਜੀ, ਫਲਾਣੇ ਸਿੰਗਰ ਨੇ ਫਲਾਣੇ ਸਿੰਗਰ ਨੂੰ ਇਹ ਕਹਿਤਾ। ਲੋਕ ਵੀ, ਯੂਥ ਵੀ ਖਾਸ ਕਰਕੇ ਇਸ ਚੀਜ਼ ਦੇ ਵਿੱਚ ਉਲਝ ਕੇ ਰਹਿ ਗਿਆ, ਪਰ ਬਹੁਤ ਘੱਟ ਕਲਾਕਾਰ ਨੇ ਜਿਹੜੇ ਅੱਜ ਵੀ ਕੁਝ ਚੰਗਾ ਸਮਾਜ ਦੇ ਵਿੱਚ ਦੇ ਰਹੇ ਨੇ, ਆਪਣਾ ਛਾਪ ਜਿਹੜਾ ਆ ਕਹਿ ਰਹੇ ਨੇ ਚਾਹੇ 2 ਕਦਮ ਘੱਟ ਤੁਰੀਏ, ਪਰ ਤੁਰੀਏ ਮੜਕ ਦੇ ਨਾਲ, ਇੱਜ਼ਤ ਦੇ ਨਾਲ ਤੁਰੀਏ। ਮੇਰੇ ਨਾਲ ਰਿੱਕੀ ਸ਼ੇਰਪੁਰੀ ਜੀ ਨੇ, ਬਹੁਤ ਚੰਗਾ ਸ਼ਾਇਰੀ ਲਿਖਦੇ ਨੇ ਅਤੇ ਬਹੁਤ ਸੋਹਣਾ ਲਿਖਦੇ ਨੇ। ਕੁਝ ਡੂੰਘੀਆਂ ਗੱਲਾਂ ਨੇ, ਕੁਝ ਦਿਲਾਂ ਦੇ ਜਿਹੜੇ ਬੋਲ ਨੇ, ਆਪਾਂ ਉਹਨਾਂ ਤੋਂ ਜ਼ਰੂਰ ਅੱਜ ਉਹਨਾਂ ਦੇ ਲਾਈਵ ਸੁਣਾਂਗੇ। ਅਕਸਰ ਪਹਿਲਾਂ ਵੀਡੀਓਜ਼ ਦੇਖਦੇ ਹੁੰਦੇ ਸੀ ਬਾਈ ਦੀਆਂ, ਪਰ ਅੱਜ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਵੀਰੇ, ਬਹੁਤ ਸਵਾਗਤ ਹੈ। ਬਹੁਤ ਸਵਾਗਤ ਹੈ ਜੀ। ਤੁਸੀਂ ਕਰਦੇ ਹੋ, ਅਸੀਂ ਵੀ ਕਰਦੇ ਹਾਂ ਕਿ ਤੁਹਾਡੇ ਵਿਹੜੇ ਆਉਣ ਦਾ ਸਾਨੂੰ ਮੌਕਾ ਮਿਲਿਆ। ਠੀਕ ਠਾਕ ਸਾਹਿਬ ਨਾਲ ਪਿਆਰ ਸੀਗਾ ਕਿ ਆਨਲਾਈਨ, ਪਰ ਅੱਜ ਰੂਬਰੂ ਮਿਲ ਕੇ ਪਤਾ ਲੱਗਿਆ ਕਿ ਪੱਤਰਕਾਰੀ ਤੋਂ ਉੱਪਰ ਜਿਹੜੀ ਇਨਸਾਨੀਅਤ ਆ ਨਾ, ਉਹ ਵੀ ਦੇਖ ਕੇ ਸਾਨੂੰ ਮਿਲ ਕੇ ਪਤਾ ਲੱਗਿਆ ਕਿ ਇਨਸਾਨੀਅਤ ਜ਼ਿੰਦਾ ਵਾ ਜੀ। ਤੇ ਬਾਕੀ ਤੁਸੀਂ ਸ਼ੇਰ ਦੇ ਨਾਲ ਆਗਾਜ਼ ਕੀਤਾ ਕਿ ਸ਼ਾਇਰੀ ਹੈ ਨਾ ਜਿਹੜੀ, ਕਿ ਗਮੇ ਇम्तिहान ने ताहिर बना दिया, दुनिया की मोहब्बत ने कुछ कायर बना दिया, दुनिया में फंसा रहता तो कुछ भी ना कर पाता, इस दुनिया की बेवफाई ने शायर बना दिया। क्या बात। शायरी ਉਹਦੀ ਆਮਦ ਹੈ। ਸੰਗੀਤ ਵੀ ਤੁਸੀਂ ਸਿੱਖ ਸਕਦੇ ਹੋ,
ਗਾਇਕੀ ਵੀ ਕਿਸੇ ਦਾ ਸ਼ਾਗਿਰਦ ਬਣ ਕੇ ਕਿਸੇ ਨੂੰ ਉਸਤਾਦ ਧਰ ਕੇ ਕੁਝ ਹੱਦ ਤੱਕ ਤੁਹਾਡੇ ਅੰਦਰ ਆ ਸਕਦੀ ਹੈ ਉਹਦੀ ਤੌਫੀਕ ਨਾਲ। ਪਰ ਜਿਹੜੀ ਮੇਰੇ ਹਿਸਾਬ ਦੇ ਨਾਲ ਜੋ ਜਜ਼ਬਾਤ ਨੇ, ਜੋ ਅਲਫਾਜ਼ ਨੇ, ਉਹ ਉਹਦੀ ਆਮਦ ਆ। ਚੰਗੇ ਅਲਫਾਜ਼ ਇਹ ਉਹਦੀ ਆਮਦ ਤੋਂ ਬਿਨਾਂ ਨਹੀਂ। ਉਹ ਤੁਹਾਡੇ ਅੰਦਰ ਉਪਜ ਪੈਦਾ ਹੁੰਦੀ ਆ, ਉਹ ਫੁਰਨਾ ਉੱਡਦਾ, ਫਿਰ ਉਹਨੂੰ ਚਲੋ ਸਾਡੇ ਵਰਗਾ ਕਹਿੰਦੇ ਆ ਨਾ ਵੀ ਜੇ ਸੇਠ ਨੇ ਕਿਸੇ ਨੇ ਨੌਕਰ ਦੀ ਡਿਊਟੀ ਲਾਤੀ ਵੀ ਫਲਾਨੀ ਚੀਜ਼ ਫਲਾਨੀ ਵੰਡ ਕੇ ਆ, ਅਸੀਂ ਨੌਕਰ ਆ ਤੇ ਉਹ ਮਾਲਕ ਆ। ਉਹ ਕੋਈ ਚੀਜ਼ ਦੇ ਦਿੰਦਾ ਤੇ ਅਸੀਂ ਇਹਨੂੰ ਕਾਗਜ਼ ਉਤਾਰ ਕੇ ਆਪਣੇ ਚੁਣਿੰਦਾ ਲੋਕਾਂ ਤੱਕ ਰੂਬਰੂ ਕਰ ਦਿੰਦੇ ਆ। ਬਸ ਆਹੀ ਆ ਜੀ। ਅੱਛਾ ਰਿੱਕੀ ਬਾਈ, ਸਭ ਤੋਂ ਪਹਿਲਾਂ ਸਵਾਲ ਹੋਊਗਾ, ਸ਼ਾਇਰ ਬਣਨ ਵਾਸਤੇ ਜਿਵੇਂ ਲੋਕ ਤੁਸੀਂ ਜ਼ਿਕਰ ਕੀਤਾ ਕਿ ਲੋਕ ਉਸਤਾਦ ਧਾਰ ਲੈਂਦੇ ਨੇ, ਗਾਇਕ ਬਣ ਜਾਂਦੇ ਨੇ, ਕੁਛ ਆਪਾਂ ਕੰਮ ਸਿੱਖਣਾ ਹੋਵੇ, ਕਿਸ ਚੀਜ਼ ਦਾ ਉਸਤਾਦ ਬਣਨਾ ਹੋਵੇ, ਕਹਿੰਦੇ ਆਪਾਂ ਉਸ ਚੀਜ਼ ਦੇ ਵਿੱਚ ਫੀਲਡ ਦਾ ਉਸਤਾਦ ਧਾਰ ਲਈਏ। ਤੁਸੀਂ ਵੀ ਕੋਈ ਉਸਤਾਦ ਧਾਰਿਆ ਸੀ, ਕੋਈ ਆਈਡਲ ਮਨ ਦੇ ਵਿੱਚ ਸੋਚਿਆ ਸੀਗਾ ਵੀ ਰਿੱਕੀ ਸ਼ੇਰਪੁਰੀ ਜੇ ਬਣੂਗਾ ਤਾਂ ਕੁਝ ਸੋਚ ਕੇ ਬਣੂਗਾ, ਕੁਝ ਲਿਖਣ ਕੀ ਮਤਲਬ ਕਿ ਆਗਾਜ਼ ਕਿਵੇਂ ਹੋਇਆ, ਇੱਕ ਸ਼ਾਇਰ ਦਾ ਆਗਾਜ਼ ਕਿਵੇਂ ਹੋਇਆ? ਹਰੇਕ ਚੀਜ਼ ਦੇ ਬਲ ਸਾਹਿਬ ਦੋ ਪਹਿਲੂ ਹੁੰਦੇ ਆ ਮੇਰੀ ਨਜ਼ਰ 'ਚ, ਦੋ ਪੱਖ ਆ। ਇਹਦੇ ਵੀ ਜ਼ਿੰਦਗੀ ਦੇ ਇਸ ਸਫ਼ਰ ਦੇ ਵੀ ਦੋ ਪੱਖ ਆ। ਪਹਿਲਾ ਪੱਖ ਇਹ ਆ ਕਿ ਮੈਂ ਆਪਣੇ ਆਪ ਨੂੰ ਇਸ ਚੀਜ਼ ਦੇ ਇਸ ਸਫ਼ਰ ਦੇ ਵਿੱਚ ਥੋੜ੍ਹਾ ਜਿਹਾ ਬਦਕਿਸਮਤ ਸਮਝਦਾ ਕਿ ਉਮਰ ਦੇ ਪੜਾਅ ਦੇ ਨਾਲ ਜਦੋਂ ਸਿੱਖਣ ਦਾ ਟਾਈਮ ਹੁੰਦਾ, ਪੜ੍ਹਨ ਦਾ ਟਾਈਮ ਹੁੰਦਾ, ਸਾਹਿਤਕ ਚੀਜ਼ਾਂ ਨੂੰ ਪੜ੍ਹਨ ਦਾ, ਅੱਛੇ ਲੋਕਾਂ ਨੂੰ, ਉਹ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਕੁਝ ਮਜਬੂਰੀਆਂ ਕਰਕੇ ਉੱਧਰਲੇ ਪਾਸੇ ਨੂੰ ਨਹੀਂ ਜਾ ਸਕਿਆ। ਪਰ ਦੂਸਰਾ ਪੱਖ ਇਹ ਆ ਕਿ ਜਦੋਂ ਵੀ ਉਮਰ ਦੇ ਸਫ਼ਰ ਦੇ ਨਾਲ ਜਦੋਂ ਵੀ ਜੋ ਵੀ ਚੁਣਿੰਦਾ ਲੋਕ ਆਏ, ਉਹ ਆਪਣੀ ਛਾਪ ਛੱਡ ਕੇ ਗਏ। ਵੈਸੇ ਕੋਈ ਉਸਤਾਦ ਨਹੀਂ ਜਿਹਦੇ ਕੋਲੋਂ ਮੈਂ ਬਕਾਇਦਗੀ ਦੇ ਨਾਲ ਕੋਈ ਬਹਿਰ ਵਜ਼ਨ, ਕੋਈ ਖਿਆਲ ਜਾਂ ਬੰਦਸ਼ ਦੀ ਮੈਂ ਸਿੱਖਿਆ ਲਈ ਹੋਵੇ, ਕੋਈ ਉਸਤਾਦ ਨਹੀਂ ਇੱਦਾਂ ਦੇ। ਇਹ ਪ੍ਰਮਾਤਮਾ ਵੱਲੋਂ ਜੋ ਹਲਕਾ ਫੁਲਕਾ ਲਿਖ ਲੈਂਦਾ ਤੁਕਬੰਦੀ ਉਹ ਆ। ਬਾਕੀ ਜਿਨ੍ਹਾਂ ਨੂੰ ਮੈਂ ਸੁਣਿਆ ਚੰਗੇ ਲੋਕਾਂ ਨੂੰ, ਪਹਿਲੀ ਮੁਲਾਕਾਤ ਪੰਜਾਬ ਦੇ ਬੜੇ ਮਸ਼ਹੂਰ ਸ਼ਾਇਰ ਗੀਤਕਾਰ ਦੇਬੀ ਮਖਸੂਸਪੁਰੀ ਸਾਹਿਬ, ਉਹਨਾਂ ਦੇ ਨਾਲ ਇੱਕ ਵਾਰ ਮੁਲਾਕਾਤ ਹੋਈ। ਉਹਨਾਂ ਦਾ ਵੇ ਆਫ ਟਾਕਿੰਗ, ਉਹਨਾਂ ਦਾ ਲਹਿਜ਼ਾ, ਉਹਨਾਂ ਦਾ ਬੋਲਣ ਦਾ ਅੰਦਾਜ਼, ਉਹਨਾਂ ਦੀ ਵਕੈਬਲਰੀ, ਉਹਨਾਂ ਦੀ ਸ਼ਬਦਾਵਲੀ ਜਿਹੜੀ ਉਹ ਵਰਤਦੇ ਸੀ, ਸ਼ਾਇਰੀ ਜਿਹੜੀ ਉਹਨਾਂ ਦੀ, ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਬਹੁਤ ਜ਼ਾਤੀ ਤੌਰ 'ਤੇ ਮੁਤਾਸਰ ਹੋਇਆ। ਮੈਨੂੰ ਅੱਛਾ ਲੱਗਿਆ। ਫਿਰ ਉਰਦੂ ਵਾਲੇ ਪਾਸੇ ਨੂੰ ਰੁਝਾਨ ਹੋ ਗਿਆ ਕਿ ਡਾਕਟਰ ਰਾਹਤ ਅੰਦੌਰੀ ਸਾਹਿਬ ਜਿਨ੍ਹਾਂ ਦਾ ਪਿੱਛੇ ਜਿਹੇ ਇੰਤਕਾਲ ਹੋਇਆ, ਉਹਨਾਂ ਨਾਲ ਵੀ ਇੱਕ ਦੋ ਵਾਰ ਮੁਲਾਕਾਤ ਦਾ ਮੌਕਾ ਮਿਲਿਆ। ਉਹਨਾਂ ਨੂੰ ਵੀ ਜਦੋਂ ਸੁਣਨ ਦਾ ਮੌਕਾ ਮਿਲਿਆ, ਉਹਨਾਂ ਦੀ ਲਾਈਵ ਸਟੇਜਸ ਮੁਸ਼ਾਇਰੇ ਦੇਖਣ ਦਾ, ਤਾਂ ਉਹਦੇ ਬਾਅਦ ਨੂੰ ਉਰਦੂ ਵਾਲੇ ਪਾਸੇ ਨੂੰ, ਗਜ਼ਲ ਵਾਲੇ ਪਾਸੇ ਨੂੰ ਚੱਲ ਪਿਆ। ਪਰ ਦੋ ਪੱਖ ਇਹ ਆ ਕਿ ਅਗਰ ਦੇਖਿਆ ਜਾਵੇ ਤਾਂ ਦੁਨੀਆ ਦੇ ਵਿੱਚ ਕੋਈ ਉਸਤਾਦ ਨਹੀਂ ਜਿਹਨੂੰ ਮੈਂ ਬਕਾਇਦਗੀ ਨਾਲ ਸਿੱਖਿਆ ਹੋਵੇ, ਤੇ ਦੂਸਰਾ ਪੱਖ ਇਹ ਆ ਕਿ ਦੁਨੀਆ ਦਾ ਹਰ ਇੱਕ ਇਨਸਾਨ, ਚਾਹੇ ਉਹ 2 ਮਹੀਨੇ ਦਾ ਬੱਚਾ ਤੇ ਚਾਹੇ 100 ਸਾਲ ਦਾ ਬਜ਼ੁਰਗ, ਉਹ ਸਾਰਾ ਮੇਰਾ ਸਾਰੇ ਉਸਤਾਦ ਹੀ ਆ, ਕਿਉਂਕਿ ਕੋਈ ਨਾ ਕੋਈ ਜ਼ਿੰਦਗੀ 'ਚ ਸਿੱਖਿਆ ਦੇ ਕੇ ਹੀ ਗਏ ਨੇ। ਅੱਛਾ, ਸ਼ੁਰੂਆਤ ਕਰਦੇ ਹਾਂ। ਇੱਕ ਤੁਹਾਡੀ ਮੈਂ ਸ਼ਾਇਰੀ ਸੁਣੀ ਸੀਗੀ, ਤੁਸੀਂ 2 ਲਾਈਨਾਂ ਲਿਖੀਆਂ ਸੀਗੀਆਂ ਧਰਮ ਦੇ ਉੱਤੇ। ਸਵਾਲ ਮੇਰਾ ਇਹ ਹੋਇਆ ਕਿ ਅੱਜ ਕੱਲ੍ਹ ਕਿਤੇ ਨਾ ਕਿਤੇ ਜਿਹੜਾ ਧਰਮ ਦੀਆਂ ਵੰਡੀਆਂ, ਖਾਸ ਕਰਕੇ ਮੀਡੀਆ ਦੇ ਵਿੱਚ ਤਾਂ ਆਪਾਂ ਅਕਸਰ ਦੇਖਦੇ ਹਾਂ, ਖੁਦ ਇੱਕ ਪੱਤਰਕਾਰ ਹਾਂ, ਮੀਡੀਆ ਦੇ ਵਿੱਚ ਆਪਾਂ ਇਹ ਚੀਜ਼ ਬੜੀ ਅਕਸਰ ਦੇਖਦੇ ਹਾਂ ਕਿ ਧਰਮ ਦੀਆਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਧਰਮ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਰੰਗ ਦੇ ਨਾਂ 'ਤੇ ਵੀ ਕਿਤੇ ਨਾ ਕਿਤੇ ਵਖਰੇਵੇਂ ਜਿਹੜੇ ਨੇ ਇਹ ਪੇਸ਼ ਹੁੰਦੇ ਨੇ। ਕਿ ਇਹ ਜਿਹੜੇ ਰੰਗ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਜਿਹੜੇ ਵਖਰੇਵੇਂ ਨੇ, ਇਹ ਹੁਣ ਤੋਂ ਨਹੀਂ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਨੇ, ਪਰ ਕਦੇ ਮੁੱਕ ਸਕਦੇ ਨੇ ਕਿ ਇਹਨਾਂ ਦੇ ਉੱਤੇ ਵੀ ਕਦੇ ਤੁਸੀਂ ਕੁਝ ਲਿਖਿਆ? ਦੇਖੋ, ਇੱਕ ਛੋਟੇ ਹੁੰਦੇ 2 ਲਾਈਨਾਂ ਸੁਣਦੇ ਹੁੰਦੇ ਸੀ ਕਿ ਬੰਦੇ ਦਾ ਕੰਮ ਬੂਟਾ ਲਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਆਪਣੇ ਵੱਲੋਂ ਚੰਗਾ ਕਰਮ ਕਰਨਾ ਹਰ ਇੱਕ ਇਨਸਾਨ ਦੀ ਪੈਦਾਇਸ਼ੀ ਹੱਕ ਆ, ਤੇ ਉਹਨੂੰ ਸਿੱਖਿਆ ਵੀ ਇਹੀ ਦਿੱਤੀ ਜਾਂਦੀ ਹੈ। ਹਰ ਇੱਕ ਧਰਮ, ਹਰ ਇੱਕ ਮਜ਼ਹਬ, ਹਰ ਇੱਕ ਜੋ ਮਰਜ਼ੀ ਤੁਸੀਂ ਦੁਨੀਆ ਦੀ ਸਪਿਰਚੁਅਲ ਬੁੱਕ ਖੋਲ੍ਹ ਕੇ ਦੇਖ ਲਓ, ਉਹਦੇ ਵਿੱਚ ਇਹੀ ਗਿਆਨ ਦਿੱਤਾ ਗਿਆ ਵੀ ਆਪਸੀ ਮਤਭੇਦ ਮਿਟਾਓ, ਇੱਕੋ ਹੀ ਹੋ ਤੁਸੀਂ। ਆਪਣੇ ਪਾਤਸ਼ਾਹ ਨੇ ਇਹੀ ਗੱਲ ਲਿਖੀ ਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾ ਉਪਜਿਆ ਕੌਣ ਭਲੇ ਕੋ ਮੰਦੇ, ਏਕ ਪਿਤਾ ਏਕ ਸਕੇ ਹਮ ਬਾਰਕ। ਅਸੀਂ ਇੱਕੋ ਹੀ ਪਰਮਾਤਮਾ ਵਾ, ਉਹਦੀ ਸੰਤਾਨ ਆ। ਪ੍ਰੋਡਕਸ਼ਨ ਹੁੰਦੀ ਹੈ ਨਾ ਜਦੋਂ ਕਿਸੇ ਫੈਕਟਰੀ ਦੇ ਵਿੱਚ, ਮੰਨ ਲਓ ਇੱਕ ਕਿਤਾਬ ਆ, ਇੱਕ ਕਾਪੀ ਦੀ ਪ੍ਰੋਡਕਸ਼ਨ ਹੋ ਰਹੀ ਆ, ਉਹਦੀ 100 ਕਾਪੀਆਂ ਉੱਥੋਂ ਬਣ ਕੇ ਨਿਕਲੀਆਂ। ਉਹਨਾਂ ਨੇ ਪੇਜ ਤਿਆਰ ਕਰਤੇ, ਪੇਜ ਦੇ ਉੱਤੇ ਗੱਤੇ ਦੀ ਜਲਤ ਲਾਤੀ, ਉਹ ਅੱਗੇ ਪਬਲਿਸ਼ਰਾਂ ਦੇ ਕੋਲ 10 ਬੰਦਿਆਂ ਕੋਲ ਚਲੀ ਗਈ। ਇੱਕ ਨੇ ਗੁਲਾਬੀ ਰੰਗ ਦਾ ਉੱਪਰ ਕਵਰ ਚੜਾਤਾ, ਇੱਕ ਨੇ ਲਾਲ ਰੰਗ ਦਾ, ਕਿਸੇ ਨੇ ਬਲੈਕ, ਕਿਸੇ ਨੇ ਵਾਈਟ। ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਕਾਪੀ ਦੀ ਅਹਿਮੀਅਤ ਖਤਮ ਹੋ ਗਈ ਜਾਂ ਕਾਪੀ ਦੇ ਵਿੱਚ ਜੋ ਲਿਖਿਆ ਜਾਣਾ ਉਹ ਵੀ ਗਲਤ ਆ। ਪ੍ਰੋਡਕਸ਼ਨ ਇੱਕੋ ਹੀ ਸੀ। ਇਹ ਤਾਂ ਜਿਹੜੇ ਅਲੱਗ-ਅਲੱਗ ਜਿਹੜੇ ਸੀਗੇ ਦੁਕਾਨਦਾਰ ਸੀਗੇ, ਜਿਹਨੇ ਆਪਾਂ ਦੁਕਾਨ, ਜਿਹਨਾਂ ਤੁਸੀਂ ਠੇਕੇਦਾਰ ਵੀ ਕਹਿ ਦਿੰਦੇ ਹੋ, ਧਰਮ ਦੇ ਨਾਂ 'ਤੇ ਵੰਡੀਆਂ ਪਾਉਣ ਵਾਲੇ, ਉਹਨਾਂ ਨੇ ਇੱਕ ਠੱਪੇ ਲਾਤੇ। ਅਸਲ ਵਿੱਚ ਇੱਕੋ ਹੀ ਧਰਮ ਆ ਦੁਨੀਆ ਦੇ ਉੱਤੇ, ਉਹ ਹੈਗਾ ਇਨਸਾਨੀਅਤ। ਰੰਗ ਰੂਪ ਇੱਕੋ ਜਿਹੇ ਆ, ਬਾਹਰੀ ਰੰਗ ਰੂਪ ਹੋ ਸਕਦੇ, ਅੰਦਰਲਾ ਰੰਗ ਰੂਪ ਜਿਹੜੇ ਆ ਨਾ, ਬੋਲਣ ਦਾ ਢੰਗ, 84 ਲੱਖ ਜੂਨਾਂ 'ਚੋਂ 1 ਜੂਨ ਨੂੰ ਆਪਾਂ ਸਭ ਤੋਂ ਉੱਪਰ ਮੰਨਦੇ ਹਾਂ, ਮਨੁੱਖ ਦੀ ਜੂਨੀ ਆ। ਆਪਾਂ ਕਹਿੰਦੇ ਹਾਂ ਕਿ ਉਸ ਤੋਂ ਉੱਪਰ ਕੋਈ ਨਹੀਂ। ਸਾਰਿਆਂ ਨੂੰ ਪਤਾ, ਹਰ ਇੱਕ ਧਰਮ ਦੇ ਵਿੱਚ ਇਹੀ ਗੱਲ ਕਹੀ ਹੈ ਜੀ। ਮੈਨੂੰ ਜਿੱਥੋਂ ਤੱਕ, ਮੈਂ ਤਾਂ ਇੰਨਾ ਸੋਝੀ ਨਹੀਂ ਰੱਖਦਾ, ਮੈਂ ਤਾਂ ਅਜੇ ਨਦਾਨ ਆ, ਨਾ ਸਮਝ ਆ,
ਪਰ ਮੈਨੂੰ ਇੰਨਾ ਕੁ ਜ਼ਰੂਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਧਰਮ ਦੇ, ਕਿਸੇ ਸਪਿਰਚੁਅਲ ਬੁੱਕ ਦੇ ਵਿੱਚ, ਕਿਸੇ ਗ੍ਰੰਥ ਦੇ ਵਿੱਚ, ਕਿਸੇ ਧਾਰਮਿਕ ਜਗ੍ਹਾ ਦੇ ਵਿੱਚ, ਉਹਨਾਂ ਦੇ ਕਿਤੇ ਉਹਨਾਂ ਦੇ ਰੀਤੀ ਰਿਵਾਜਾਂ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਊਗੀ ਕਿ ਆਪਸੀ ਮਤਭੇਦ ਹੁੰਦੇ ਆ, ਉਹ ਫਲਾਨਾ ਬਗਾਨਾ ਵਾ, ਇਹ ਆਪਣੇ ਆ। ਕਿਤੇ ਵੀ ਨਹੀਂ ਲਿਖਿਆ ਹੋਇਆ। ਉਹਨਾਂ ਨੇ ਇਹੀ ਕਿਹਾ ਵੀ ਸਾਰੇ ਇੱਕ ਨੇ, ਇਨਸਾਨੀਅਤ ਇੱਕ ਆ, ਪਿਆਰ ਨਾਲ ਰਹਿਣਾ ਵਾ, ਇੱਕ ਦੂਸਰੇ ਦੇ ਮਦਦਗਾਰ ਬਣ ਕੇ ਰਹਿਣਾ, ਇੱਕ ਦੂਜੇ ਦੇ ਵਿੱਚ ਵੰਡੀਆਂ ਪਾਉਣ ਵਾਲੀਆਂ ਗੱਲਾਂ ਦੂਰ ਕਰਨੀਆਂ। ਪਰ ਤੁਹਾਨੂੰ ਲੱਗਦਾ ਜਿਹੜੀਆਂ ਵੰਡੀਆਂ ਜਿਹੜੀਆਂ ਹੁਣ ਅੱਜ ਕੱਲ੍ਹ ਤਾਂ ਆਪਣਾ ਸਮਾਜ ਕਹਿੰਦੇ ਬੜਾ ਪੜ੍ਹਾ ਲਿਖਿਆ ਹੋ ਗਿਆ, ਸਮਾਜ ਬਹੁਤ ਪੜ੍ਹ ਲਿਆ, ਲਿਟਰੇਟ ਬਹੁਤ ਹੈ, ਲਿਟਰੇਸੀ ਲੈਵਲ ਜਿਹੜਾ ਬਹੁਤ ਵੱਧ ਗਿਆ। ਪਰ ਇਹ ਲਿਟਰੇਸੀ ਲੈਵਲ ਵਧਣ ਦੇ ਨਾਲ ਜਿਹੜਾ ਇਹ ਮਤਭੇਦ ਸੀਗੇ, ਇਹ ਜਿਹੜੀਆਂ ਦਿਲਾਂ ਦੇ ਵਿੱਚ ਖੋਟ ਸੀਗੀਆਂ ਇੱਕ ਦੂਜੇ ਪ੍ਰਤੀ, ਇਹ ਘਟੀਆਂ ਨੇ ਕਿ ਨਹੀਂ? ਦੇਖੋ ਦੋ ਪਹਿਲੂ ਆ, ਉਹੀ ਗੱਲ ਆ ਨਾ, ਹਰ ਇੱਕ ਚੀਜ਼ ਦੇ ਦੋ ਪਹਿਲੂ ਆ। ਇੱਕ ਪਹਿਲੂ ਇਹ ਵੀ ਕਹਿੰਦਾ ਪੋਜ਼ਿਟਿਵਿਟੀ ਆ, ਕਹਿੰਦੇ ਜੀ ਮਾਡਰਨਲਾਈਜ਼ ਹੋ ਗਈ ਲਾਈਫ, ਬੱਚੇ ਪੜ੍ਹ ਲਿਖ ਗਏ, ਉਹਦੇ ਵਿੱਚ ਅੱਛੀਆਂ ਚੀਜ਼ਾਂ ਕੀ ਹੋਈਆਂ, ਉਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਗਏ। ਜਦੋਂ ਇੱਕ ਕਾਲਜ ਦੇ ਵਿੱਚ ਆਪਾਂ ਪੜ੍ਹਦੇ ਆ ਤੇ ਆਪਾਂ ਰਲ ਕੇ 4 ਬੰਦੇ ਜੇ ਕਮਰਾ ਇੱਕ ਲੈ ਕੇ ਰਹਿੰਦੇ ਆ ਆਪਾਂ ਕਿਤੇ, ਤਾਂ ਜ਼ਰੂਰੀ ਤਾਂ ਨਹੀਂ ਹੈਗਾ ਵੀ ਇੱਕੋ ਹੀ ਆਪਾਂ ਪਹਿਲਾਂ ਉਹਨੂੰ ਪੁੱਛਦੇ ਆ ਵੀ ਤੂੰ ਸਾਡੇ ਧਰਮ ਦਾ ਵਾ, ਸਾਡੀ ਜ਼ਾਤ ਦਾ ਵਾ, ਸਾਡੇ ਬੋਲੀ ਬੋਲਣ ਵਾਲਾ ਵਾ। ਉਹ ਕਲਾਸ ਦੇ ਵਿੱਚ ਉਵੇਂ ਜਾਂਦੇ ਆ। ਇਹ ਡਿਵੈਲਪਮੈਂਟ ਹੀ ਹੋਈ ਆ ਇੱਕ ਮਾਈਂਡ ਦੀ, ਇਹ ਤਰੱਕੀ ਕੀਤੀ ਹੈ, ਇਨਸਾਨੀਅਤ ਜਿਹੜੀ ਉੱਪਰ ਉੱਠੀ ਆ। ਫਿਰ ਗੱਲ ਉਹੀ, ਦੂਸਰਾ ਪਹਿਲੂ ਇਹ ਵੀ ਕਹਿੰਦਾ। ਫਿਰ ਇੱਕ ਹੋਰ ਪੋਜ਼ਿਟਿਵਿਟੀ ਆਈ ਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਨਾ ਆਪਾਂ ਗੱਲ ਸੁਣਨ ਨੂੰ ਮਿਲਦੀ ਆ ਕਿ ਇੱਕ ਦੂਸਰੇ ਦੀਆਂ ਜ਼ਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਦੋ ਧਰਮਾਂ ਦੇ ਵਿੱਚ, ਦੋ ਮਜ਼ਹਬਾਂ ਦੇ ਵਿੱਚ ਆਪਸੀ ਵਿਆਹ ਵੀ ਹੋ ਰਹੇ ਨੇ, ਫੰਕਸ਼ਨ ਹੋ ਰਹੇ ਨੇ, ਇੱਕ ਦੂਜੇ ਨੂੰ ਇਨਵਾਈਟ ਕੀਤਾ ਜਾਂਦਾ, ਸਾਰਾ ਕੁਝ ਕੀਤਾ ਜਾਂਦਾ। ਇਹ ਚੀਜ਼ਾਂ ਨੇ। ਬਾਕੀ ਦਿਮਾਗ ਦੇ ਵਿੱਚੋਂ ਜਿੰਨਾ ਚਿਰ ਬਲ ਸਾਹਿਬ ਇਹ ਗੱਲ ਨਹੀਂ ਨਾ ਜਾਂਦੀ ਹੈਗੀ ਕਿ ਆਪਾਂ ਇੱਕ ਆ, ਆਪਾਂ ਇਨਸਾਨ ਆ, ਹੈ ਨਾ, ਜਿੰਨਾ ਚਿਰ ਉਹ ਪਾਠ ਨਹੀਂ ਪੜ੍ਹਿਆ ਜਾਂਦਾ ਕਿ ਆਪਾਂ ਇਨਸਾਨ ਆ, ਉਹਨਾਂ ਚਿਰ ਸਾਰੀਆਂ ਚੀਜ਼ਾਂ ਮੈਨੂੰ ਗਲਤੀ ਲੱਗਣੀਆਂ। ਸੋਝੀ ਉਹ ਆ। ਤੇ ਦੂਸਰਾ ਪੱਖ ਇਹ ਕਹਿੰਦਾ, ਲੋਕਾਂ ਨੇ ਕਹਿਤਾ ਜੀ ਨਹੀਂ ਜੀ, ਹੁਣ ਇਹ ਹੋ ਗਿਆ ਵੀ ਇੱਥੇ ਕਮਿਊਨਿਟੀ ਜ਼ਿਆਦਾ ਰਹਿੰਦੀ ਆ, ਇਸ ਕਮਿਊਨਿਟੀ ਦੇ ਵਿੱਚ ਆਪਾਂ ਇਹਨੂੰ ਹਾਈਲਾਈਟ ਕਰਕੇ ਆਪਾਂ ਇਹਨੂੰ ਵੱਧ ਰੱਖੀਏ ਕਿ ਇਹਦਾ ਦਬਦਬਾ ਜ਼ਿਆਦਾ ਹੋਵੇ, ਦੂਜੇ ਨੂੰ ਦਬਾ ਲਈਏ। ਪਰ ਮੈਂ ਇੱਕ ਗੱਲ ਬੜੀ ਕਹਿੰਦਾ ਹੁੰਦਾ ਵਾ, ਡਰ ਕੇ ਕਹਿੰਦਾ, ਪਰਮਾਤਮਾ ਤੋਂ ਸੁਣਨ ਵਾਲੇ ਪਤਾ ਨਹੀਂ ਕਹਿਣਗੇ, ਪਰ ਸਰਕਾਰਾਂ ਕਈ ਨੇ ਇਹ ਲਿਮਟਿਡ ਨੇ, ਇਹ ਕੁਛ ਹੱਦ ਤੱਕ ਕਾਨੂੰਨ ਪਾਸ ਕਰ ਸਕਦੀਆਂ ਨੇ ਕਿਸੇ ਦੇ ਹੱਕ 'ਚ, ਕਿਸੇ ਦੇ ਖਿਲਾਫ, ਕਿਸੇ ਧਰਮ ਦੇ ਹੱਕ ਦੇ ਵਿੱਚ, ਕਿਸੇ ਧਰਮ ਦੇ ਖਿਲਾਫ। ਪਰ ਇੱਕ ਸਰਕਾਰ ਸਭ ਤੋਂ ਉੱਪਰ ਆ, ਉਹ ਅਕਾਲ ਪੁਰਖ ਦੀ, ਉਹਦੀ ਕੋਈ ਜ਼ਾਤ ਨਹੀਂ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਮਜ਼ਹਬ ਨਹੀਂ, ਉਹਦੀ ਕੋਈ ਭਾਸ਼ਾ ਨਹੀਂ, ਉਹ ਇੱਕੋ ਹੀ ਆ ਸਾਰਿਆਂ ਦੇ ਲਈ। ਉਹਦੇ ਨਾਮ ਆਪਾਂ ਅਲੱਗ-ਅਲੱਗ ਰੱਖਤੇ। ਆਪਾਂ ਪਾਣੀ ਪੀਂਦੇ ਆ, ਤੁਸੀਂ ਉਹਨੂੰ ਜਲ ਕਹਿ ਦੋਗੇ, ਮੈਂ ਉਹਨੂੰ ਨੀਰ ਕਹਿ ਦੂੰਗਾ, ਇੱਕ ਬੰਦਾ ਉਹਨੂੰ ਵਾਟਰ ਕਹਿ ਦੂਗਾ, ਤੇ ਇੱਕ ਜਾ ਕੇ ਉਹਨੂੰ ਕਹੂਗਾ ਜੀ ਪਾਣੀ ਆ। ਚਾਰਾਂ ਨੇ ਅਲੱਗ-ਅਲੱਗ ਨਾਂ ਲੈ ਲਏ, ਪਰ ਉਹਦਾ ਮਕਸਦ ਕੀ ਆ? ਉਹ ਆਪਣੀ ਪਿਆਸ ਵਧਾ ਰਿਹਾ, ਉਹ ਆਪਾਂ ਨੂੰ ਤ੍ਰਿਪਤ ਕਰ ਰਿਹਾ। ਸਾਨੂੰ ਮਰਦੇ ਦੇ ਅੰਦਰ ਜਾਨ ਪੈ ਰਹੀ ਹੈ ਜਦੋਂ ਅਸੀਂ ਪਿਆਸੇ ਆ, ਤੜਪਦੇ ਆ, ਰੂਹ ਕੰਬਦੀ ਆ, ਉਹ ਸਾਡੀ ਪਿਆਸ ਮਿਟਾ ਰਿਹਾ। ਜਦੋਂ ਪਿਆਸ ਮਿਟੂਗੀ ਤਾਂ ਫਿਰ ਆਪਾਂ ਨੂੰ ਇਹ ਨਹੀਂ ਪਤਾ ਹੋਊਗਾ, ਆਪਾਂ ਨੂੰ ਇਹ ਨਹੀਂ ਕਵਾਂਗੇ ਫਿਰ ਵੀ ਵਾਟਰ ਦੇ ਕਰਕੇ ਆ, ਵੀ ਮੈਂ ਆਪਦੇ ਵਾਟਰ ਕਰਕੇ ਪਾਣੀ ਦੀ ਪਿਆਸ ਬੁਝੀ ਆ, ਤੇਰੇ ਨੀਰ ਕਰਕੇ ਜਾਂ ਪਾਣੀ ਕਰਕੇ ਨਹੀਂ। ਅੰਦਰੀ ਤਾਂ ਚੀਜ਼ ਉਹੀ ਹੈ ਨਾ, ਅੰਦਰੀ ਗਿਆਨ ਹੋਣਾ ਬਹੁਤ ਜ਼ਰੂਰੀ ਆ। ਆਪਾਂ ਕਿਤਾਬਾਂ ਪੜ੍ਹ ਲੀਆਂ, ਉਹਦੇ ਵਿੱਚ ਕੀ ਮਜ਼ਮੂਨ ਲਿਖਿਆ ਇਹ ਨਹੀਂ ਪੜ੍ਹਿਆ। ਇਹਨੂੰ ਲੈ ਕੇ ਤੁਸੀਂ 4 ਜਿਹੜੀਆਂ ਲਫ਼ਜ਼ ਵੀ ਜਿਹੜੇ ਲਿਖੇ ਸੀ, ਮੈਂ ਚਾਹੁੰਦਾ ਦਰਸ਼ਕਾਂ ਦੇ ਉਹ ਨਾਲ ਵੀ ਸਾਂਝੇ ਕਰਕੇ ਤੁਸੀਂ ਜ਼ਿਕਰ ਕੀਤਾ। ਉਹ ਇੱਕ ਉਰਦੂ ਦੀ ਗਜ਼ਲ ਸੀ, ਉਹਨੂੰ ਤੁਸੀਂ ਸਾਰਿਆਂ ਨੇ ਆਸ਼ੀਰਵਾਦ ਦਿੱਤਾ। ਮੈਨੂੰ ਲਿਖਣਾ ਨਹੀਂ ਆਉਂਦਾ, ਮੈਂ ਸਾਰਿਆਂ ਤੋਂ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗਦਾ। ਇੱਕ ਗਜ਼ਲ ਦੇ ਚੰਦ ਸ਼ੇਰ ਸੀਗੇ, ਉਹ ਤੁਹਾਡੀ ਨਜ਼ਰ ਆ ਕਿ ਸਿਰਫ ਮਸਜਿਦ ਤੱਕ ਅੱਲਾ ਔਰ ਮੰਦਿਰ ਤੱਕ ਭਗਵਾਨ ਨਹੀਂ ਹੋ ਸਕਤਾ। ਉਹ ਤਾਂ ਕਣ ਕਣ ਦੇ ਵਿੱਚ ਮੌਜੂਦ ਆ। ਸਿਰਫ मस्जिद तक अल्लाह और मंदिर तक भगवान नहीं हो सकता। जो इंसानियत से मोहब्बत नहीं करता वो इंसान नहीं हो सकता। प्यार सिर्फ अपनों से करो और नफ़रत करो ज़माने से। प्यार सिर्फ अपनों से करो और नफ़रत करो ज़माने से। किसी भी धर्म या मजहब का ये फरमान नहीं हो सकता। उनके रोज़ों पे तुम शंख बजाओ, तुम्हारे नवरात्रों में वो अजान करें। अरे सब एक हो जाएं तो बताओ क्या काम नहीं हो सकता। सब एक हो जाएं तो बताओ क्या काम नहीं हो सकता। जो चंद लोगों ने पढ़ा है नफ़रत के स्कूलों में, नफ़रत के स्कूलों में ठेकेदारियाँ, जो चंद लोगों ने पढ़ा है नफ़रत के स्कूलों में, वो गीता नहीं हो सकती, वो कुरान नहीं हो सकता। और हिंदू मुस्लिम सिख ईसाई सभी का खून शामिल है। इन सबके बिना रिक्की शेरपुरी हिंदुस्तान नहीं हो सकता। क्या बात। इन सबके बिना रिक्की शेरपुरी भारत महान नहीं हो सकता। क्या बात। ਅੱਛਾ ਰਿੱਕੀ ਬਾਈ, ਜਿਵੇਂ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਬੜੀਆਂ ਡੂੰਘੀਆਂ ਗੱਲਾਂ ਲਿਖਦੇ ਹੋ,
ਕਿ ਅੱਜ ਵੀ ਲੋਕ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਬੜਾ ਮਾਡਰਨ ਜ਼ਮਾਨਾ ਹੈ, ਕਿਸੇ ਕੋਲ ਇੰਨਾ ਟਾਈਮ ਨਹੀਂ। ਅਗਲਾ ਤਾਂ ਕਹਿੰਦਾ ਯਾਰ ਤੂੰ ਆਪਣੀ ਜਲਦੀ ਗੱਲ ਸੁਣਾ ਜੋ ਸੁਣਾਉਣੀ ਚਾਹੁੰਦਾ। ਅੱਜ ਕੱਲ੍ਹ ਤਾਂ ਲੋਕ ਜਿਵੇਂ ਬੇਸ ਪਸੰਦ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਨੇ, ਧੂਮ ਜਿਹਦੇ ਵਿੱਚ ਹੋਵੇ, ਲੱਚਰਤਾ ਜਿਹਦੇ ਵਿੱਚ ਝਲਕਦੀ ਹੋਵੇ। ਪਰ ਜਿਵੇਂ ਤੁਸੀਂ ਸੋਲਫੁਲ ਲਿਖਦੇ ਹੋ, ਇੱਕ ਡੂੰਘੀ ਗੱਲ ਜਿਵੇਂ ਦੇਬੀ ਭਾਜੀ ਲਿਖਦੇ ਹੁੰਦੇ ਨੇ, ਕਿ ਉਹਨਾਂ ਚੀਜ਼ਾਂ ਨੂੰ ਜਿਹੜਾ ਆ ਲੋਕ ਅੱਜ ਵੀ ਸੁਣਦੇ ਨੇ, ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਗੱਲ ਮੇਰੇ ਜ਼ਿਹਨ 'ਚ ਆ ਗਈ। ਕਹਿੰਦੇ ਇੱਕ ਵਾਰ ਜੰਗਲ 'ਚ ਅੱਗ ਲੱਗ ਗਈ, ਸਾਰੇ ਜਾਨਵਰਾਂ 'ਚ ਭਗਦੜ ਮਚ ਗਈ। ਕੋਈ ਉੱਧਰ ਭੱਜ ਰਿਹਾ, ਕੋਈ ਉੱਧਰ ਭੱਜ ਰਿਹਾ, ਕੋਈ ਕਿਤੇ, ਕੋਈ ਗੁਫਾ 'ਚ ਵੜ ਲੱਗਿਆ, ਕੋਈ ਪਰਿੰਦੇ ਉੱਡ ਰਹੇ ਆ ਕੁਛ। ਇੱਕ ਚਿੜੀ ਸੀ ਛੋਟੀ ਜਿਹੀ ਵਿਚਾਰੀ, ਬਹੁਤ ਛੋਟੀ ਜਿਹੀ, ਉਹਦਾ ਕੋਈ ਵਜੂਦ ਵੀ ਨਹੀਂ ਸੀ ਵੱਡੇ ਵੱਡੇ ਜਾਨਵਰਾਂ ਦੇ ਵਿੱਚ। ਉਹ ਦੂਰ ਜਾਵੇ, ਚੁੰਝ ਦੇ ਵਿੱਚ 2 ਬੂੰਦਾਂ ਪਾਣੀ ਲੈ ਕੇ ਉੱਪਰੋਂ ਬਲਦੀ ਅੱਗ ਦੇ ਉੱਤੇ ਲਿਆ ਕੇ ਸੁੱਟਿਆ ਕਰੇ। ਉਹਨੇ 1 ਵਾਰ 2 ਵਾਰ 20 ਵਾਰ 100 ਵਾਰ ਕੀਤਾ। ਉਹਨੂੰ ਦੇਖਣ ਵਾਲੇ ਲੋਕ ਕਹਿੰਦੇ ਵੀ ਤੇਰਾ ਕੋਈ ਫਾਇਦਾ ਵੀ ਆ, ਤੂੰ ਅੱਗ ਲੱਗੀ ਹੋਈ ਆ, ਸਾਰਿਆਂ ਦੇ ਭਗਦੜ ਮਚੀ ਆ, ਸਭ ਆਪਣੇ ਹਾਹਾਕਾਰ 'ਚ ਫਿਰਦੇ ਨੇ, ਤੂੰ ਇਹ 2 ਬੂੰਦਾਂ ਪਾਣੀ ਦੀਆਂ ਸੱਟ ਕੇ ਤੂੰ ਅੱਗ ਬੁਝਾ ਦੇਂਗਾ, ਵੀ ਤੇਰੇ ਨਾਲ ਤਾਂ ਅੱਗ ਵੀ ਨਹੀਂ ਬੁਝਣੀ, ਵੀ ਤੂੰ ਇਹ ਕਿਉਂ ਕਰਦੀ ਪਈ ਆ। ਚਿੜੀ ਦਾ ਜਵਾਬ ਬੜਾ ਖੂਬਸੂਰਤ ਸੀਗਾ। ਉਹ ਚਿੜੀ ਨੇ ਕਿਹਾ ਵੀ ਮੈਨੂੰ ਨਹੀਂ ਪਤਾ ਕਿ ਮੇਰੇ ਕਰਨ ਨਾਲ ਅੱਗ ਬੁਝੂਗੀ ਕਿ ਨਹੀਂ, ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਨਾ, ਜਦੋਂ ਇਹਦੀ ਹਿਸਟਰੀ ਲਿਖੀ ਜਾਊਗੀ, ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ 'ਚ ਲਿਖਿਆ ਜਾਊਗਾ। ਕੀ ਬਾਤ, ਮੇਰਾ ਨਾਮ ਅੱਗ ਲਾਉਣ ਵਾਲਿਆਂ 'ਚ ਨਹੀਂ ਹੋਊਗਾ। ਆਪਣਾ ਕੰਮ ਕਰ ਰਹੇ ਆ, ਉਹਦੇ ਕੋਲੋਂ ਡਰ ਕੇ ਕਰ ਰਹੇ ਆ ਕਿ ਕੋਈ ਲਫ਼ਜ਼ ਜ਼ੁਬਾਨ ਦੇ ਵਿੱਚੋਂ ਗਲਤ ਨਾ ਉਚਾਰਿਆ ਜਾਵੇ, ਕਿਸੇ ਵੀ ਜੀਵ ਨੂੰ ਦੁੱਖਦਾਈ ਲੱਗੇ, ਕਿਉਂਕਿ ਪਰਮਾਤਮਾ ਹਰ ਦਿਲ ਦੇ ਵਿੱਚ ਬੈਠਾ। ਉਹ ਕਿਸੇ ਰੂਪ, ਆਪਾਂ ਤਾਂ ਬਾਹਰੀ ਰੰਗ ਦੇਖਦੇ ਆ ਨਾ, ਵੀ ਇਹ ਗੋਰਾ ਹੈ, ਕਾਲਾ ਹੈ, ਛੋਟਾ ਹੈ, ਲੰਬਾ ਹੈ, ਮੋਟਾ ਪਤਲਾ, ਇਹ ਤਾਂ ਬਾਹਰੀ ਰੰਗ ਨੇ ਨਾ, ਬਾਹਰੀ ਰੂਪ ਆਕਾਰ ਨੇ। ਪਰਮਾਤਮਾ ਤਾਂ ਅੰਦਰ ਬੈਠਾ। ਕਿਉਂਕਿ ਮੈਂ ਇਹ ਗੱਲ ਕਹਿੰਦਾ, ਸਾਡੇ ਨਾਲ ਇੱਕ ਥੋੜੇ ਦਿਨ ਪਹਿਲਾਂ ਕਿਤੇ ਗੱਲ ਹੋ ਰਹੀ ਸੀ, ਕਿਤੇ ਸੂਝਵਾਨ ਸੀਗੇ ਸਾਰੇ, ਉਹਨਾਂ ਨੇ ਆਪਣੇ ਨਾ ਜ਼ਿਕਰ ਕਰ ਰਹੇ ਸੀ ਸਾਰੇ ਜਾਣੇ। ਉਹ ਕਹਿੰਦੇ ਵੀ ਫਲਾਨੀ ਜਗ੍ਹਾ ਪਰਮਾਤਮਾ, ਉੱਥੇ ਵੀ ਰੱਬ ਆ। ਤੇ ਬੈਠੇ ਬੈਠੇ ਮੇਰਾ ਇੱਕ ਪੁਰਾਣਾ ਕੋਈ ਅਫਸਾਨਾ ਲਿਖਿਆ ਹੋਇਆ ਸੀਗਾ। ਅੱਛਾ, ਤੁਕਬੰਦੀ ਉਹ ਕਹਿੰਦਾ ਹੁੰਦਾ, ਮੈਂ ਐਡੇ ਲੈਵਲ ਦਾ ਨਹੀਂ ਕਿ ਅਫਸਾਨਾ ਕਹਿ ਸਕਾਂ। ਉਹਦੇ ਵਿੱਚ ਬਾਲ ਸਾਹਿਬ ਇੱਕ ਗੱਲ ਸੀ, ਉਹ ਪਰਮਾਤਮਾ ਵੀ ਹੈ ਕਿੱਥੇ ਆ। ਉਹ ਤੇ ਗੱਲਾਂ 'ਚ ਗੱਲ ਛਿੜ ਗਈ, ਸੁਣਨ ਵਾਲੇ ਪਤਾ ਨਹੀਂ ਕਿਸ ਪਾਸੇ ਲੈ ਕੇ ਜਾਂਦੇ ਨੇ, ਪਰ ਮੈਂ ਆਪਣੇ ਭਾਵ ਜਿਹੜੇ ਸੀਗੇ ਉਹ ਗੱਲ ਕੀਤੀ। ਉਹ ਸੀਗਾ, ਜਿਹਨੂੰ ਰੌਲਾ ਪਾ ਲੱਭਦਾ ਏ, ਜਿਹਨੂੰ ਬੱਤੀਆਂ ਬਾਲ ਕੇ ਟੋਲਦਾ ਏ, ਜਿਹਨੂੰ ਰੌਲਾ ਪਾ ਲੱਭਦਾ ਏ, ਜਿਹਨੂੰ ਬੱਤੀਆਂ ਬਾਲ ਕੇ ਟੋਲਦਾ ਏ, ਉਹ ਜਿਹਨੂੰ ਬਾਹਰ ਲੱਭਦਾ ਫਿਰਦਾ ਏ, ਉਹ ਤਾਂ ਅੰਦਰ ਬੈਠਾ ਬੋਲਦਾ ਏ। ਜਿਹਨੂੰ ਘਰ ਦੇ ਬਾਹਰ ਲੱਭਦਾ ਏ, ਉਹ ਤਾਂ ਘਰ ਦੇ ਅੰਦਰ ਬੋਲਦਾ ਏ। ਜਿਹਨੂੰ ਬਾਹਰ ਲੱਭਦੇ ਫਿਰਦੇ ਉਹ ਅੰਦਰ ਬੈਠਾ ਬੋਲਦਾ ਹੈ। ਜਿਸ ਅਨਹਦ ਨਾਦ ਨੂੰ ਸੁਣਨਾ ਹੈ ਉਹ ਸਭ ਦੇ ਅੰਦਰ ਚੱਲਦਾ ਹੈ, ਤੁਹਾਡੇ ਵਿੱਚ ਵੀ, ਮੇਰੇ ਵਿੱਚ ਵੀ, ਸਭ ਦੇ ਵਿੱਚ। ਜਿਸ ਅਨਹਦ ਨਾਦ ਨੂੰ ਸੁਣਨਾ ਹੈ ਉਹ ਸਭ ਦੇ ਅੰਦਰ ਚੱਲਦਾ ਹੈ। ਅਸੀਂ ਗੁੰਮ ਹਾਂ ਸ਼ੋਰ ਸ਼ਰਾਬੇ ਵਿੱਚ, ਸਭ ਮਸਲਾ ਇਸੇ ਗੱਲ ਦਾ ਹੈ। ਇਹਨੂੰ ਕੰਨੋਂ ਬੋਲਾ ਸੁਣਦਾ ਹੈ ਤੇ ਮੂੰਹੋਂ ਗੂੰਗਾ ਬੋਲਦਾ ਹੈ। ਉਹ ਜਿਹਨੂੰ ਬਾਹਰ ਲੱਭਦੇ ਬੈਠੇ ਆ ਉਹ ਅੰਦਰ ਬੈਠਾ ਬੋਲਦਾ ਹੈ, ਜਿਹਨੂੰ ਬਾਹਰ ਲੱਭਦੇ ਫਿਰਦੇ ਆ। ਇਹਦੇ ਵਿੱਚ ਇੱਕ ਗੱਲ ਸੀਗੀ ਬੜੀ, ਇਹ ਵੀ ਇਸੇ ਗੱਲ ਤੇ ਆ, ਇਹ ਬਾਹਰੀ ਕੂਕਾਂ ਸੁਣਦਾ ਨਹੀਂ, ਪਰ ਰੂਹ ਦੀ ਚੁੱਪ ਵੀ ਸੁਣ ਲੈਂਦਾ। ਜਿਹੜਾ ਅੰਦਰੋਂ ਪਾਕ ਪਵਿੱਤਰ ਹੈ ਉਹਨੂੰ ਲੱਖਾਂ ਵਿੱਚੋਂ ਚੁਣ ਲੈਂਦਾ। ਜੋ ਰਹਿੰਦਾ ਉਹਦੇ ਭਾਣੇ ਵਿੱਚ ਉਹ ਕਦੇ ਨਾ ਯਾਰੋ ਡੋਲਦਾ ਹੈ। ਜਿਹਨੂੰ ਬਾਹਰ ਲੱਭਦੇ ਫਿਰਦੇ ਅੰਦਰ ਬੈਠਾ ਬੋਲਦਾ ਹੈ। ਅਗਲੀ ਗੱਲ ਆ ਗਈ, ਉਹੀ ਜਵਾਬ ਕਿ ਇਹ ਜ਼ਾਤ ਪਾਤ ਤੋਂ ਉੱਪਰ ਹੈ, ਇਹਦਾ ਰੂਪ ਰੰਗ ਆਕਾਰ ਨਹੀਂ। ਇਹ ਜ਼ਾਤ ਪਾਤ ਤੋਂ ਉੱਪਰ ਹੈ, ਇਹਦਾ ਰੂਪ ਰੰਗ ਆਕਾਰ ਨਹੀਂ। ਇਹ ਫਰਮਾਨ ਹੈ ਸਾਂਝੀ ਵਾਰਤਾ ਦਾ, ਇਹਨੂੰ ਨਫ਼ਰਤ ਕਦੇ ਸਵੀਕਾਰ ਨਹੀਂ। ਰਿੱਕੀ ਸ਼ੇਰਪੁਰੀ ਤੂੰ ਮੈਂ ਕਰੇ ਤੇ ਤਾਂ ਤੇਰਾ ਤੋਲਦਾ ਏ। ਉਹ ਜਿਹਨੂੰ ਬਾਹਰ ਲੱਭਦਾ ਫਿਰਦਾ ਏ ਉਹ ਤਾਂ ਅੰਦਰ ਬੈਠਾ ਬੋਲਦਾ ਏ। ਕੀ ਬਾਤ, ਇਹ ਰੱਬ ਅੰਦਰ ਹੀ ਆ। ਜੇ ਆਪਾਂ ਗ੍ਰੰਥਾਂ ਦੀ ਗੱਲ ਕਰੀਏ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਦਾ ਧਰਮ ਵੀ ਜਿਵੇਂ ਇਹ ਨਹੀਂ ਸਿਖਾਉਂਦਾ ਵੀ ਕਿਸੇ ਦੇ ਪ੍ਰਤੀ ਜਿਹੜੀਆਂ ਵੰਡੀਆਂ ਪਾਈਆਂ ਵੇ, ਤੁਸੀਂ ਵੀ ਬਾਖੂਬੀ ਲਿਖਿਆ ਕਿ ਇਹ ਲੋਕ ਵੀ ਬਹੁਤ ਬਾਖੂਬੀ ਜਾਣਦੇ ਨੇ। ਪਰ ਲੋਕ ਜਿਹੜਾ ਇਹ ਗ੍ਰੰਥਾਂ ਦੇ ਵਿੱਚ ਪੜ੍ਹਦੇ ਨੇ, ਚਾਹੇ ਆਪਾਂ ਹੁਣ ਧਰਮ ਕਹਿ ਦਿੰਦੇ ਹਾਂ, ਆਪਣੇ ਧਰਮਾਂ ਦੇ ਵਿੱਚ ਜਿਹੜੇ ਸਿੱਖਾਂ ਦੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਨੀय ਮੰਨਦੇ ਹਾਂ, ਉਹਨਾਂ ਦੇ ਵਿੱਚ ਜੋ ਲਿਖਿਆ ਕਿ ਲੋਕ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਨੇ ਆਪਣੇ ਆਪ ਤੇ ਆਪਣੀ ਜ਼ਿੰਦਗੀ ਦੇ ਵਿੱਚ। ਉਹਨਾਂ ਨੂੰ ਹੱਡਬੀਤੀਆਂ ਨੇ ਜਿਹੜੇ ਉਹ ਲਿਖ ਕੇ ਗਏ ਨੇ ਆਪਣੇ ਗੁਰੂ, ਸੱਚ ਜਿਹੜਾ ਆ ਇੱਕ ਗ੍ਰੰਥਾਂ ਦੇ ਵਿੱਚ ਲਿਖ ਚੁੱਕੇ ਨੇ, ਕਿ ਉਹਨਾਂ ਨੂੰ ਹੰਡਾਉਂਦੇ ਨੇ, ਉਹ ਆਪਣੇ ਪਿੰਡ ਦੇ ਅਪਣਾਉਂਦੇ ਨੇ ਕਿ ਨਹੀਂ। ਦੇਖੋ, ਅਪਣਾਉਣਾ ਪੈਣਾ ਹੀ ਆ, ਜ਼ਿੰਦਗੀ ਨੂੰ ਸਾਫ਼ ਰੱਖਣ ਲਈ ਕਰਨਾ ਹੀ ਪੈਂਦਾ। ਪਾਣੀ, ਇੱਕ ਡਾਕਟਰ ਨੇ ਆਪਾਂ ਨੂੰ ਦਵਾਈ ਦੇਤੀ, ਆਪਾਂ ਬਿਮਾਰ ਹਾਂ, ਬੁਖਾਰ ਚੜ੍ਹ ਗਿਆ, ਆਪਾਂ ਦਵਾਈ ਬੜੇ ਪੈਸੇ ਖਰਚ ਕੇ ਫਲਾਨੀ ਜਗ੍ਹਾ ਗਏ ਦੂਰੋਂ, ਵਧੀਆ ਦਵਾਈ ਲਿਆਂਦੀ, 1000 ਰੁਪਈਆ ਖਰਚ ਕੇ, ਤੇ ਲਿਆ ਕੇ ਆਪਾਂ ਕਮਰੇ ਦੇ ਇੱਕ ਕੋਨੇ ਤੇ ਰੱਖਤੀ। ਤੇ ਜੇ ਆਪਾਂ 15-20 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਜ਼ਿੰਦਗੀ ਤੇ ਇੱਕ ਸਫ਼ਰ ਤੈਅ ਕਰਨ ਤੋਂ ਬਾਅਦ ਆਪਾਂ ਡਾਕਟਰ ਨੂੰ ਬਲੇਮ ਕਰੀਏ ਵੀ ਸਾਨੂੰ ਆਰਾਮ ਨਹੀਂ ਆਇਆ, ਪਰ ਅਸੀਂ ਦਵਾਈ ਖਾਧੀ ਨਹੀਂ ਸੀਗੀ, ਲਈ ਜ਼ਰੂਰ ਸੀ, ਪਰ ਪਈ ਕਮਰੇ ਦੇ ਇੱਕ ਕੋਨੇ ਤੇ ਹੀ ਪਈ ਆ, ਉੱਥੇ ਜਿੱਥੋਂ ਲਿਆ ਕੇ ਰੱਖੀ ਸੀ ਉਵੇਂ ਹੀ ਪੈਕ ਪਈ ਆ, ਅਸੀਂ ਉਹ ਖਾਧੀ ਨਹੀਂ।
ਤੇ ਸਾਨੂੰ ਆਰਾਮ ਨਹੀਂ ਆਇਆ, ਉਹ ਤਾਂ ਖਾਣੀ ਪੈਣੀ ਆ, ਉਹ ਤਾਂ ਧਾਰਨ ਪੈਣਾ ਵਾ। ਬਿਲਕੁਲ ਇਨਸਾਨ ਦਾ ਬਣਨਾ ਮੁਸ਼ਕਲ ਆ ਬਾਈ ਜੀ, ਰੱਬ ਨੂੰ ਪਾਉਣਾ ਬਹੁਤ ਸੌਖਾ ਕਹਿੰਦੇ, ਸਹੀ ਮਾਇਨੇ 'ਚ ਇਨਸਾਨ ਬਣਨਾ ਹੀ ਔਖਾ। ਇਨਸਾਨ ਕਿਹੜਾ ਵਾ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਹੋਵੇ, ਜਿਹੜਾ ਹਰ ਇੱਕ ਦੇ ਅੰਦਰ ਉਹਦਾ ਰੂਪ ਦੇਖੇ, ਹੈਨਾ। ਹੁਣ ਦੇਖੋ ਐਸੀਆਂ ਰੂਹਾਂ ਵੀ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਡੌਗਸ ਰੱਖੇ ਹੋਏ ਨੇ, ਉਹਦੀ ਕਿੰਨੀ ਕੇਅਰ ਕਰਦੀ ਆ, ਉਹ ਉਸ ਨੂੰ ਵੀ ਉਸ ਪਰਮਾਤਮਾ ਦਾ ਰੂਪ ਸਮਝਦੇ ਆ ਵੀ ਇਹਦੇ ਅੰਦਰ ਵੀ ਇੱਕ ਰੂਹ ਆ, ਵੀ ਜਿਹੜੀ ਉਹਦਾ ਅੰਸ਼ ਆ, ਇੱਕ ਜੋਤ ਆ ਨਾ, ਕਹਿੰਦੇ ਇੱਕ ਜੋਤ ਤੋਂ ਹੀ ਆਪਾਂ ਸਾਰੇ ਜਗੇ ਹੋਏ ਆ, ਉਹਦੀ ਵੀ ਕਦਰ ਕਰਦੇ ਆ। ਚੰਗੀਆਂ ਰੂਹਾਂ ਵੀ ਨੇ। ਬਾਕੀ ਦੇਖੋ ਧਰਮ ਕੋਈ ਵੀ ਨਹੀਂ ਮਾੜਾ, ਮਾੜਾ ਤਾਂ ਕੀ, ਇਹ ਤਾਂ ਲਫ਼ਜ਼ ਹੀ ਨਹੀਂ ਹੈਗਾ। ਧਰਮ ਤਾਂ ਬਹੁਤ ਉੱਚੀਆਂ ਚੀਜ਼ਾਂ ਨੇ, ਇਹ ਬਣਾਈਆਂ ਗਈਆਂ। ਕਿਉਂ ਬਣਾਈਆਂ ਗਈਆਂ? ਕਿਉਂਕਿ ਹਰ ਤਰ੍ਹਾਂ ਦਾ ਵਾ। ਹੁਣ ਜਿਹੜੇ ਚੰਡੀਗੜ੍ਹ ਰਹਿੰਦੇ ਉਹ ਪੜ੍ਹੇ ਲਿਖੇ ਆ, ਇਹਨਾਂ ਨੇ ਜਿਨ੍ਹਾਂ ਨੇ ਪੜ੍ਹਨਾ ਉਹਨਾਂ ਨੇ ਇੰਗਲਿਸ਼ ਸਿਲੇਬਸ ਪੜ੍ਹਨਾ। ਸਾਡੇ ਵਰਗੇ ਪਿੰਡਾਂ ਦੇ ਵਿੱਚ ਸੀ, ਉੱਥੇ ਮਾਸਟਰ ਵੀ ਵਿਚਾਰੇ ਉੱਦਾਂ ਦੇ ਸੀ, ਉੱਥੇ ਕਰਕੇ ਪੰਜਾਬੀ ਮੀਡੀਅਮ 'ਚ ਪੜ੍ਹੇ। ਕਈ ਆਪਾਂ ਦੂਸਰੇ ਪਾਸੇ ਨੂੰ ਚਲੇ ਜਾਈਏ ਜਿੱਥੇ ਹਿੰਦੀ ਬੈਕਗਰਾਉਂਡ ਆ, ਜਿਹੜਾ ਆਪਣਾ ਹੀ ਬਣਾਇਆ ਹੋਇਆ, ਉੱਥੇ ਹਿੰਦੀ ਮੀਡੀਅਮ ਪੜ੍ਹਾਇਆ ਜਾਂਦਾ। ਸਿਲੇਬਸ ਤਾਂ ਇੱਕੋ ਹੀ ਆ ਨਾ, ਉਹਦੀ ਭਾਸ਼ਾ ਬਦਲ ਗਈ, ਉਹਦਾ ਮਕਸਦ ਤਾਂ ਇੱਕੋ ਹੀ ਆ। ਜਿਹੜਾ ਆਬਜ਼ਰਵਰ, ਜਿਹੜੇ ਉਹਨਾਂ ਨੇ ਫਾਰਮੂਲੇ ਲਾ ਕੇ ਆਪਣੇ ਸਵਾਲ ਹੱਲ ਕਰਨੇ ਆ, ਉਹੀ ਪੰਜਾਬੀ ਵਾਲੇ ਨੇ ਕਰਾਉਣੇ ਨੇ, ਉਹੀ ਇੰਗਲਿਸ਼ ਵਾਲੇ ਨੇ ਕਰਾਉਣੇ ਆ, ਉਹੀ ਹਿੰਦੀ ਵਾਲੇ ਨੇ। ਕੱਲ ਨੂੰ ਆਪਾਂ ਜਾ ਕੇ ਇਹ ਤਾਂ ਨਹੀਂ ਕਵਾਂਗੇ ਵੀ ਨਹੀਂ ਜੀ ਮੈਂ ਤਾਂ ਹਿੰਦੀ ਵਾਲਾ ਹੀ ਫਾਰਮੂਲਾ ਵਾ, ਕੋਈ ਹੋਰ ਆ, ਉਹਦੇ ਨਾਲ ਹੀ 2+2=4 ਹੁੰਦਾ, ਪੰਜਾਬੀ 'ਚ 2+2=4 ਨਹੀਂ ਹੁੰਦਾ। ਇਹ ਤਾਂ ਸਾਰੇ ਇੱਕੋ ਹੀ ਹੈ, ਤਾਂ ਬਾਹਰੀ ਰੰਗ ਨੇ, ਬਾਹਰੀ ਗੱਲਾਂ ਨੇ। ਤੁਸੀਂ ਇੱਕ ਬੜੀ ਬਖੂਬੀ ਚੀਜ਼ ਲਿਖੀ ਸੀ, ਬੜੀ ਸੋਹਣੀ ਚੀਜ਼ ਲਿਖੀ ਸੀ ਕਿ ਅੱਜ ਵੀ ਲੋਕ ਜਿਹੜੇ ਨੇ ਮੜੀਆਂ ਵੀ ਜਿਹੜੀਆਂ ਨੇ ਅੱਡ-ਅੱਡ ਬਣਾਈਆਂ ਹੋਈਆਂ ਨੇ, ਪਰ ਕਿਹੜੀ ਤਰੱਕੀ ਦੀ ਗੱਲ ਕਰਦੇ ਨੇ? ਮੈਂ ਚਾਹੁੰਦਾ ਉਹ ਚੀਜ਼ ਦਾ ਜ਼ਿਕਰ ਤੁਸੀਂ ਜ਼ਰੂਰ ਕਰੋ। ਮੈਂ ਉਹ ਸ਼ੁਕਰੀਆ ਤੁਹਾਡਾ, ਤੁਸੀਂ ਯਾਦ ਰੱਖੀਆਂ ਹੋਈਆਂ, ਮੇਰੇ ਜ਼ਿਹਨ 'ਚ ਨੇ ਉਹ ਥੋੜ੍ਹੀਆਂ ਬਹੁਤ। ਗੱਲ ਉਹੀ ਆ ਗਈ ਮੇਰੇ ਅੰਦਰ, ਮਾਲਕ ਨੇ ਜਦ ਦੀ ਸੋਝੀ ਇੱਦਾਂ ਦੀ ਅਕਲ ਦਿੱਤੀ ਆ ਨਾ, ਸੋਝੀ ਤਾਂ ਆ ਹੀ ਨਹੀਂ ਸਕਦੀ ਬੰਦੇ ਨੂੰ। ਬੰਦਾ ਤਾਂ ਕਹਿੰਦੇ ਜਦੋਂ ਪੂਰਾ ਹੁੰਦਾ ਨਾ, ਖਤਮ ਹੁੰਦਾ, ਉਦਣ ਹੀ ਪੂਰਾ ਹੁੰਦਾ। ਇਹ ਅਧੂਰਾ ਭਾਨੀ ਆ ਸਾਡਾ, ਅਸੀਂ ਅਧੂਰੇ ਤੁਰੇ ਫਿਰਦੇ ਆ। ਉਹ ਸੀਗਾ ਕਿ ਕਿਸੇ ਨੂੰ ਕਹਿਣ ਨਾਲੋਂ ਆਪਣੇ ਆਪ ਨੂੰ ਸਵਾਲ ਕੀਤਾ ਸੀ ਇੱਕ ਦਿਨ ਵੀ ਅਸੀਂ ਕੀ ਆ, ਰਿੱਕੀ ਤੂੰ ਹੈ ਕੀ ਆ, ਵੀ ਇਹ ਬਾਬੇ ਚੱਲਦਾ ਕੀ ਪਿਆ ਦੁਨੀਆ ਤੇ ਕੰਮ। ਉਹ ਸੀਗਾ ਵੀ ਮੈਂ ਕਿਸੇ ਧਰਮ ਦੇ ਕਾਬਲ ਯਾਰੋ ਹੋਇਆ ਨਹੀਂ, ਜਿਉਂਦੇ ਜੀ ਮੈਂ ਅੱਜ ਤੱਕ ਜੇਕਰ ਮੋਇਆ ਨਹੀਂ। ਮੈਂ ਸਿੱਖ, ਈਸਾਈ, ਹਿੰਦੂ ਤੇ ਮੁਸਲਮਾਨ ਵੀ ਨਹੀਂ ਬਣਿਆ, ਜੇ ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਕਿਆ ਬਾਤ। ਮੈਂ ਕਿਸੇ ਦੀ ਪਿਆਸ ਬੁਝਾਉਣ ਲਈ ਪਾਣੀ ਢੋਇਆ ਨਹੀਂ, ਕਿਸੇ ਗਰੀਬ ਲਈ ਮੇਥੋਂ ਕੁਝ ਵੀ ਹੋਇਆ ਨਹੀਂ। ਮੈਂ ਕਿਸੇ ਦੇ ਦਿਲ ਵਿੱਚ ਧੜਕਾਂ, ਉਹ ਅਰਮਾਨ ਵੀ ਨਹੀਂ ਬਣਿਆ, ਓਏ ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਆਪਣੀ ਜ਼ਾਤ ਨੂੰ ਲੈ ਸਭ ਕੂਕਦੇ ਨੇ, ਮੈਂ ਫਲਾਨਾ ਮੈਂ ਟਮਕਾਨਾ। ਆਪਣੀ ਜ਼ਾਤ ਨੂੰ ਲੈ ਸਭ ਕੂਕਦੇ ਨੇ, ਮਰਨ ਤੋਂ ਬਾਅਦ ਵੀ ਅਲੱਗ-ਅਲੱਗ ਜਗ੍ਹਾ ਤੇ ਫੂਕਦੇ ਨੇ। ਮਰਨ ਤੋਂ ਬਾਅਦ ਵੀ ਇਹ ਆਪਣੀ ਗਿਰਾਵਟ ਆ ਇਨਸਾਨੀਅਤ ਦੀ। ਜੇ ਧਰਮ ਸਥਾਨ ਵੀ ਇੱਕ ਪਿੰਡ ਦੇ ਵਿੱਚ 4 ਆ ਨਾ, ਤਾਂ ਆਪਣੀ ਕਮਿਊਨਿਟੀਆਂ ਦੇ ਵਿੱਚ ਉਹਨੂੰ ਵੀ ਡਿਵਾਈਡ ਕਰ ਲਿਆ। ਮੈਂ ਸੀਰੀਅਸਲੀ ਪਿੰਡਾਂ 'ਚੋਂ ਆਇਆ, ਉੱਥੇ ਕਹਿੰਦੇ ਜੀ ਫਲਾਨਾ ਜੀ ਇਹ ਫਲਾਨੀ ਜ਼ਾਤ ਵਾਲਿਆਂ ਦਾ ਸ਼ਮਸ਼ਾਨ ਘਾਟ ਆ, ਮਿੱਟੀ ਨੂੰ ਵੀ ਕਰਨ ਲੱਗ ਗਏ। ਆਪਣੀ ਜ਼ਾਤ ਨੂੰ ਲੈ ਸਭ ਕੂਕਦੇ ਨੇ, ਮਰਨ ਤੋਂ ਬਾਅਦ ਵੀ ਅਲੱਗ-ਅਲੱਗ ਜਗ੍ਹਾ ਤੇ ਫੂਕਦੇ ਨੇ। ਜੋ ਮਿੱਟੀ ਨੂੰ ਇੱਕ ਕਰਦੇ ਉਹ ਸ਼ਮਸ਼ਾਨ ਵੀ ਨਹੀਂ ਬਣਿਆ। ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਨੰਗੇ ਦਾ ਤਨ ਢੱਕ ਸਕਾਂ, ਭੁੱਖੇ ਨੂੰ ਦਵਾਂ ਨਿਵਾਲਾ, ਅਸੀਸ ਕਿਸੇ ਦੀ ਲੈ ਸਕਾਂ, ਕੁਝ ਕੀਤਾ ਨਹੀਂ ਉਪਰਾਲਾ। ਪਛਤਾਵੇ ਦੀ ਗੰਗਾ 'ਚ, ਉਹ ਗੰਗਾ ਨਹੀਂ ਜਿਹਦੀ ਡੁਬਕੀ ਮਾਰ ਕੇ, ਪਛਤਾਵਾ ਜਿਹੜਾ ਉਹ ਸਭ ਤੋਂ ਵੱਡਾ, ਉਹੀ ਬਖਸ਼ ਸਕਦਾ ਤੁਹਾਨੂੰ। ਪਛਤਾਵੇ ਦੀ ਗੰਗਾ 'ਚ ਕਰਾਂ ਇਸ਼ਨਾਨ ਵੀ ਨਹੀਂ ਬਣਿਆ। ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਕੋਈ ਐਸਾ ਗੀਤ ਨਹੀਂ ਲਿਖਿਆ, ਤੁਕਬੰਦੀ ਵਾਲਾ ਬੰਦਾ ਗੱਲ ਕਰਦਾ, ਕੋਈ ਐਸਾ ਗੀਤ ਨਹੀਂ ਲਿਖਿਆ ਜੋ ਰੂਹ ਝੰਜੋੜ ਦਵੇ, ਕਿਸੇ ਆਸ਼ਕ ਦੇ ਟੁੱਟੇ ਦਿਲ ਨੂੰ ਜੋੜ ਦਵੇ। ਆਸ਼ਕ ਕੌਣ? ਜਿਹੜਾ ਮੁਹੱਬਤ ਦਾ ਮਾਰਿਆ, ਜਿਹਨੂੰ ਜਿਹੜਾ ਮੁਹੱਬਤ ਦੀ ਤਲਾਸ਼ ਵਿੱਚ ਆ, ਕਿਸੇ ਆਸ਼ਕ ਦੇ ਟੁੱਟੇ ਦਿਲ ਨੂੰ ਜੋੜ ਦਵੇ। ਰਿੱਕੀ ਸ਼ੇਰਪੁਰੀ ਸਹੁਰੇ ਜਾਣ ਲਈ ਸਮਾਨ ਵੀ ਨਹੀਂ ਬਣਿਆ। ਇਹ ਪੇਕੇ ਫਿਰਦੇ ਆ ਆਪਾਂ ਰੂਹਾਂ। ਕਹਿੰਦੇ ਜਦੋਂ ਕੋਈ ਰੂਹ, ਕੋਈ ਔਰਤ, ਜਦੋਂ ਕੋਈ ਲੜਕੀ ਆਪਣੇ ਪੇਕਿਓਂ ਸਹੁਰੇ ਜਾਂਦੀ ਹੈ ਨਾ, ਤਾਂ ਬੜੇ ਸੰਸਕਾਰ, ਆਪਣਾ ਦਾਜ ਜੋ ਉਹਨੇ ਬਣਾਇਆ ਹੁੰਦਾ ਇਕੱਠਾ ਕੀਤਾ ਲੈ ਕੇ ਜਾਂਦੀ ਹੈ। ਉਹਨੂੰ ਅੱਗੇ ਜਾ ਕੇ ਦਿਖਾਉਣਾ ਪੈਂਦਾ ਵੀ ਮੈਂ ਇਹ ਸਤਿਕਾਰ, ਇਹ ਇੱਜ਼ਤ, ਇਹ ਮਰਿਆਦਾ ਇਹ ਮੈਂ ਲੈ ਕੇ ਆਈ ਹਾਂ। ਰਿੱਕੀ ਸ਼ੇਰਪੁਰੀ ਸਹੁਰੇ ਜਾਣ ਲਈ ਸਮਾਨ ਵੀ ਨਹੀਂ ਬਣਿਆ। ਹਾਲੇ ਤੱਕ ਮੈਂ ਯਾਰੋ ਚੰਗਾ ਇਨਸਾਨ ਵੀ ਨਹੀਂ ਬਣਿਆ। ਕੀ ਬਾਤ ਹੈ। ਜ਼ੀਰੋ ਆ ਅਜੇ ਤਾਂ। ਅੱਛਾ ਰਿੱਕੀ ਬਾਈ, ਜਿਵੇਂ ਅੱਜ ਕੱਲ੍ਹ ਦੀ ਜਿਹੜੀ ਲਾਈਫ ਹੈ ਬੜੀ ਗੁੰਝਲਦਾਰ ਹੈ, ਲੋਕ ਫਾਸਟ ਫਾਰਵਰਡ ਹੋ ਗਏ ਨੇ, ਬੜਾ ਮਾਡਰਨ ਜ਼ਮਾਨਾ ਹੋ ਗਿਆ ਆ, ਸੁਣਦੇ ਨਹੀਂ ਗੱਲ ਕਈ ਵਾਰ। ਜਿਵੇਂ ਮੈਂ ਪਹਿਲਾਂ ਵੀ ਕਿਹਾ, ਜਿਵੇਂ ਹੁਣ ਅੱਜ ਕੱਲ੍ਹ ਧੂਮ ਧੜੱਕੇ ਵਾਲਾ ਰੌਲਾ ਚੱਲ ਰਿਹਾ ਆ, ਕੰਟਰੋਵਰਸੀਆਂ ਵਾਲਾ ਟਾਈਮ ਚੱਲ ਰਿਹਾ, ਤੇ ਇਸੇ ਦੌਰ ਦੇ ਵਿੱਚ ਤੁਸੀਂ ਇੱਕ ਐਸਾ ਪਾਥ ਚੁਣਿਆ ਵੀ ਜਿੱਥੇ ਲੋਕਾਂ ਤੋਂ ਹਟ ਕੇ ਵੀ, ਜਿਹੜੀ ਭੀੜ ਚਾਲ ਜਿਹੜੀ ਚੱਲ ਰਹੀ ਸੀ ਉਸ ਤੋਂ ਹਟ ਕੇ ਤੁਸੀਂ ਸੁਣਿਆ
ਸ਼ਾਇਰੀ ਬਹੁਤ ਘੱਟ ਲੋਕ ਅਪਣਾਉਂਦੇ ਨੇ, ਪਰ ਕੀ ਇਸ ਚੀਜ਼ ਦੇ ਵਿੱਚ ਕੋਈ ਆਪਾਂ ਕਹਿ ਸਕਦੇ ਹਾਂ ਜਿਵੇਂ ਰਾਹਤ ਇੰਦੌਰੀ ਸਾਹਿਬ ਬਹੁਤ ਵੱਡੇ ਨਾਮ ਹੋਏ ਨੇ, ਪਰ ਕੀ ਇਸ ਚੀਜ਼ ਦੇ ਵਿੱਚ ਵੀ ਪੈਸਾ ਹੈ? ਕਿਉਂ ਨਾ ਕਿਤੇ ਤਾਂ ਜਿਹੜੀ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਪੈਸਾ ਬਹੁਤ ਅਹਿਮੀਅਤ ਰੱਖਦਾ ਜ਼ਿੰਦਗੀ ਦੇ ਵਿੱਚ। ਕੁਝ ਜੇ ਤੁਸੀਂ ਕਰਦੇ ਹੋ, ਹਰੇਕ ਚੀਜ਼ ਸ਼ੌਂਕ ਵਜੋਂ ਨਹੀਂ ਕੀਤੀ ਜਾਂਦੀ, ਪਰ ਤੁਹਾਨੂੰ ਲੱਗਦਾ ਵੀ ਤੁਸੀਂ ਕੁਝ ਸੋਚ ਕੇ ਲੱਗੇ ਹੋਵੋਗੇ, ਸ਼ਾਇਰੀ ਕੁਝ ਸੋਚ ਕੇ ਆਈ ਹੋਊਗੀ, ਕੀ ਸੋਚ ਕੇ ਲੱਗੇ ਸੀਗੇ ਵੀ ਇੱਕ ਦਿਨ ਵੀ ਮੇਰਾ ਬਹੁਤ ਵੱਡਾ ਨਾਮ ਹੋਊਗਾ ਜਾਂ ਮੈਂ ਬਹੁਤ ਪੈਸੇ ਕਮਾਊਂਗਾ ਇਸ ਚੀਜ਼ ਤੋਂ? ਮੈਂ ਤੁਹਾਨੂੰ ਅੱਗੇ ਉਹ ਚਿੜੀਆਂ ਦੀ ਉਦਾਹਰਨ ਦਿੱਤੀ ਵੀ ਉਹ ਵਾਲਾ ਕੰਮ ਆ। ਦੇਖੋ ਪੈਸਾ ਬਹੁਤ ਕੁਛ ਹੁੰਦਾ ਇਹ ਜ਼ਿੰਦਗੀ ਦੇ ਵਿੱਚ, ਸੱਚਾਈ ਆ। ਪੈਸਾ ਬਹੁਤ ਕੁਛ ਹੁੰਦਾ, ਪਰ ਪੈਸਾ ਸਭ ਕੁਛ ਨਹੀਂ ਹੁੰਦਾ। ਬਹੁਤ ਕੁਛ ਹੋ ਸਕਦਾ ਪਰ ਸਭ ਕੁਛ ਨਹੀਂ ਹੋ ਸਕਦਾ। ਤੁਸੀਂ ਪੈਸੇ ਨੂੰ ਕਿਸੇ ਨੂੰ ਕੋਈ ਹਜ਼ਾਰਾਂ ਲੱਖਾਂ ਰੁਪਈਆ ਦੇ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਪਣੇ ਦਿਲ 'ਚ ਮੇਰੀ ਥੋੜੀ ਜਿਹੀ ਜਗ੍ਹਾ ਬਣਾ ਲਾ। ਉਹ ਤੁਹਾਡੇ ਮੂੰਹ ਤੇ ਤੁਹਾਡੀਆਂ ਤਾਰੀਫਾਂ ਕਰ ਦੂ, ਪਰ ਦਿਲ ਦੇ ਵਿੱਚ ਤੁਹਾਨੂੰ ਕਹੂਗਾ ਇਹ ਮੂਰਖ ਆ। ਤੁਸੀਂ ਪੈਸੇ ਦੇ ਕੇ ਕਿਸੇ ਤੋਂ ਇੱਜ਼ਤ ਨਹੀਂ ਕਰਵਾ ਸਕਦੇ, ਹੈ ਨਾ, ਦਿਲੋਂ ਨਹੀਂ ਕਰਵਾ ਸਕਦੇ। ਦਿਖਾਵਾ ਜ਼ਰੂਰ ਹੋ ਸਕਦਾ। ਜਿਹੜੀ ਚੀਜ਼ ਹੈ ਨਾ, ਜਿਹੜੀ ਤੁਸੀਂ ਕਹਿੰਦੇ ਹੋ ਵੀ ਇਸ ਚੀਜ਼ ਦੇ ਵਿੱਚ ਅਹੁਦਾ ਇਹ ਤਮਾਮ ਆ, ਇਹ ਤਮਾਮ ਆ ਚੀਜ਼। ਉਹ ਉਹਨਾਂ ਲੋਕਾਂ ਦੇ ਵਿੱਚ ਹੁੰਦੀ ਹੋਣੀ ਆ ਜਿਹੜੇ ਮਿਹਨਤ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਮੈਂ ਕੁਛ ਕੀਤਾ, ਹੈ ਨਾ। ਇੱਥੇ ਮੈਨੂੰ ਸੱਚੀ ਨਹੀਂ ਲੱਗਦਾ ਕਿ ਮੈਂ ਕੁਛ ਕੀਤਾ। ਅਜੇ ਤਾਂ ਸਫ਼ਰ ਵੀ ਨਹੀਂ ਸ਼ੁਰੂ ਕੀਤਾ, ਅਜੇ ਕੱਖ ਵੀ ਨਹੀਂ ਕੀਤਾ, ਹੈ ਨਾ, ਕਿਉਂਕਿ ਕੀਤਾ ਨਹੀਂ। ਫਿਰ ਇੱਕ ਦੂਸਰੀ ਗੱਲ ਇਹ ਆ, ਉਹਦੀ ਚੀਜ਼ ਆ, ਉਹਦੇ ਲਫ਼ਜ਼ੇ, ਉਹਦੇ ਅਲਫਾਜ਼ ਬਖਸ਼ੇ ਹੋਏ ਆ, ਉਹਦੀ ਰਹਿਮਤ ਆ। ਉਹੀ ਗੱਲ ਆ ਵੀ ਜੇ ਇੱਕ ਮਾਲਕ ਨੇ ਨੌਕਰ ਨੂੰ 2 ਕਿਲੋ ਲੱਡੂ ਲੈ ਕੇ ਦੇਤੇ, ਉਹ ਕਹਿੰਦਾ ਜਾ ਕੇ ਵੀ ਬਾਹਰ ਵਰਕਰ ਬੈਠੇ ਨੇ 40 ਬੰਦੇ, ਇਹਨਾਂ 'ਚ ਵੰਡਿਆ। ਸਮਾਨ ਤਾਂ ਮਾਲਕ ਦਾ, ਖਾਣ ਵਾਲੇ ਉਹਦੇ ਆਪਣੇ, ਵਿਚਾਲੇ ਮੈਂ ਤਾਂ ਇੱਕ ਨੌਕਰ ਆ। ਜੇ ਮੈਂ ਉਧਰੋਂ ਚੀਜ਼ ਫੜ ਕੇ ਅੱਗੇ ਫੜਾਤੀ, ਮੈਂ ਤਾਂ ਇੱਕ ਜ਼ਰੀਆ ਹੋ ਸਕਦਾ, ਪਰ ਮੈਂ ਇੰਨੀ ਚੀਜ਼ ਨੂੰ ਮੈਂ ਕਹਾਂ ਵੀ ਕਿ ਨਹੀਂ ਜੀ, ਮੈਨੂੰ ਤਾਂ ਮਾਲਕ ਨੂੰ ਵੀ ਮੈਂ ਤੁਹਾਡਾ ਆਲਾ ਕੰਮ ਕਰਤਾ ਜੀ, ਤੁਸੀਂ ਮੈਨੂੰ ਦੇਤੀ ਤਾਂ ਮੈਨੂੰ ਹੁਣ ਤੁਸੀਂ ਆਪਣੇ ਬਰਾਬਰ ਰੱਖੋ, ਜਾਂ ਤੁਸੀਂ ਮੈਨੂੰ ਕਹੋ ਵੀ ਮੇਰਾ ਵੀ ਇੱਕ ਅਹੁਦਾ ਹੋਵੇ, ਮੇਰਾ ਵੀ ਇੱਕ ਨਾਮ ਹੋਵੇ, ਇੱਕ ਕੱਲ੍ਹ ਨੂੰ ਆ ਕੇ ਮੈਨੂੰ ਵੀ ਕਿਆ ਕਰਨ। ਇਹ ਤਾਂ ਦੇਖੋ ਮੈਂ ਡਰ ਕੇ ਕਹਿੰਦਾ ਕਿ ਇੱਦਾਂ ਦੀ ਕੋਈ ਤਮਾ ਨਹੀਂ ਹੋਈ ਹੈਗੀ, ਅਜੇ ਤੱਕ ਤਾਂ ਨਹੀਂ ਹੋਈ। ਬਾਕੀ ਇਨਸਾਨ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੁਤਲੇ ਆਪਾਂ, ਮੱਤ ਕਿਸੇ ਟਾਈਮ ਵੀ ਵੱਜ ਸਕਦੀ ਹੈ, ਹੈ ਨਾ। ਅਜੇ ਤੱਕ ਤਾਂ ਉਹਨੇ ਸੰਭਾਲਿਆ ਹੋਇਆ, ਜੇ ਅੱਗੇ ਵੀ ਸੰਭਾਲੇ ਤਾਂ ਵਧੀਆ। ਅੱਛਾ ਰਿੱਕੀ ਬਾਈ, ਕਈ ਲੋਕ ਐਸੇ ਵੀ ਆਏ ਹੋਣਗੇ ਜ਼ਿੰਦਗੀ ਦੇ ਵਿੱਚ, ਅਕਸਰ ਜਿਹੜੇ ਆਪਣੇ ਮਿੱਤਰ ਤੋਂ ਪਿਆਰੇ ਹੁੰਦੇ ਨੇ ਨਾ, ਕਾਫੀ ਸਪੋਰਟ ਕਰਦੇ ਨੇ, ਪਰ ਕਈ ਲੋਕ ਐਸੇ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਰਿੱਕੀ ਆ ਕਿਹੜੀ ਤੂੰ ਸ਼ਾਇਰੀ ਪਿਆ, ਵੀ ਤੂੰ ਵੀ ਅੱਜ ਕੱਲ੍ਹ ਦਾ ਲਿਖੇ ਯਾਰ, ਵੀ ਤੂੰ ਵੀ ਲੋਕਾਂ ਵਾਂਗ ਨਾਮ ਕਰ, ਵੀ ਜਿਵੇਂ ਬਾਕੀ ਲਿਰਿਸਿਸਟ ਨੇ ਨਾਮ ਕਰਦੇ ਨੇ, ਵੀ ਤੂੰ ਕੀ ਸ਼ਾਇਰੀ ਦੇ ਵਿੱਚ ਪਿਆ, ਵੀ ਨਾਮ ਬਣਾ ਯਾਰ, ਅੱਗੇ ਚੱਲ। ਵੀ ਕੋਈ ਹੋਣਗੇ ਲੋਕ ਐਸੇ ਵੀ ਆਏ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਯਾਰ ਰਿੱਕੀ ਤੂੰ ਆਹ ਚੀਜ਼ ਛੱਡ ਦੇ, ਵੀ ਤੂੰ ਵੀ ਅੱਜ ਕੱਲ੍ਹ ਦਾ ਹਥਿਆਰਾਂ ਵਾਲਾ ਕੁਛ ਲਿਖ। ਇੱਕ ਵਾਰ ਨਾ ਇਹ ਗੱਲ ਚੇਤੇ ਆ ਗਈ, ਇਹਦਾ ਮੈਂ ਜਵਾਬ ਦਿੰਦਾ। ਉਸ ਤੋਂ ਪਹਿਲਾਂ ਛੋਟੀ ਗੱਲ, ਅਸੀਂ ਬੈਠੇ ਸੀਗੇ ਕਿਤੇ ਕੋਈ ਵਿਚਾਰ ਗੋਸ਼ਟੀ, ਥੋੜ੍ਹੇ ਸ਼ਾਇਰ ਉੱਚ ਕੋਟੀ ਦੇ ਸ਼ਾਇਰ ਹੀ ਕਹੂੰਗਾ, ਕਿਉਂਕਿ ਉਹਨਾਂ ਦੇ ਸੰਗਤ ਕਰਨ ਦਾ ਮੌਕਾ ਮਿਲਿਆ। ਮੈਂ ਤਾਂ ਵਿੱਚ ਇੱਕ ਅਦਨਾ ਜਿਹਾ ਤੇ ਇੱਕ ਨਾ ਸਮਝ ਬੰਦਾ ਸੀ। ਉਹਨਾਂ ਨੇ ਨਾ ਇੱਕ ਬੈਠੇ ਗੱਲਾਂ ਬਾਤਾਂ ਚਾਹ ਪਾਣੀ ਪੀਣ ਲੱਗ ਗਏ। ਉਹਨਾਂ ਨੇ ਇੱਕ ਟੌਪਿਕ ਚੱਕ ਲਿਆ। ਉਹ ਕਹਿੰਦੇ ਵੀ ਕੁਝ ਨਾ ਔਰਤ ਬਾਰੇ ਜਾਂ ਕੁੜੀ ਬਾਰੇ ਕੋਈ ਇਹਦੇ ਬਾਰੇ ਕੋਈ ਨਾ ਕੋਈ ਆਪਣੇ ਵਿਚਾਰ ਕੋਈ ਲਿਖੋ। ਅੱਛਾ। ਉਹ ਚਾਹ ਪਾਣੀ ਪੀਂਦੇ ਹਰੇਕ ਕੋਈ ਲਿਖਣ ਲੱਗ ਗਏ। ਸਾਰਿਆਂ ਨੇ ਲਿਖਿਆ, ਸਾਰਿਆਂ ਨੇ ਮਤਲਬ ਸਾਰੇ ਚੰਗੇ ਹੀ ਲਿਖੇ ਹੋਣਗੇ, ਕਿਉਂਕਿ ਦੇਖੋ ਦੁਨੀਆ ਦੇ ਉੱਤੇ ਹਰ ਤਰ੍ਹਾਂ ਦੀ ਚੀਜ਼ ਆ, ਹਰ ਤਰ੍ਹਾਂ ਦਾ ਪਕਵਾਨ ਆ। ਜੇ ਉਹ ਲੋਕੀ ਖਾਂਦੇ ਆ ਤਾਂ ਹੀ ਬਣਾਉਂਦੇ ਆ, ਹੈ ਨਾ। ਹਰ ਤਰ੍ਹਾਂ ਦੇ ਲੋਕਾਂ ਦਾ ਟੇਸਟ ਆ, ਹਰ ਤਰ੍ਹਾਂ ਦਾ ਫਲੇਵਰ ਆ। ਉਹ ਕੋਈ ਬੰਦਾ ਆਪਣੇ ਢਾਬੇ ਤੇ, ਮੇਰੀ ਗੱਲ ਸੁਣੋ, ਜੇ ਉਹ ਦਾਲ ਬਣਾਊਗਾ ਮੂੰਗੀ ਮਸਰੀ ਦੀ, ਹੈ ਨਾ, ਜੇ ਉਹ ਨਹੀਂ, ਜੇ ਉਹਦੀ ਵਿਕਦੀ ਆ ਤਾਂ ਹੀ ਬਣਾਊਗਾ, ਹੈ ਨਾ। ਜੇ ਉਹਨੂੰ ਲੱਗਦਾ ਕਿ ਬਈ ਖਾਣ ਵਾਲੇ ਮੇਰੇ ਕੋਲ ਮਟਰ ਪਨੀਰ ਵਾਲੇ ਆਏ ਜਾਂ 20 ਬੰਦੇ ਬੈਠੇ ਨੇ ਤੇ ਮੈਂ ਦਾਲ ਬਣਾਈ ਬੈਠਾ ਵਾਂ, ਤੇ ਆ ਕੇ ਉੱਠ ਕੇ ਜਾਣਗੇ, ਫਿਰ ਉਹਨੂੰ ਤਾਂ ਵਿਚਾਰੇ ਨੂੰ ਔਖਾ ਹੀ ਹੋਊਗਾ। ਉਹ ਲੋਕ ਫਿਰ ਇੱਦਾਂ ਕਰਦੇ ਜਿਨ੍ਹਾਂ ਨੇ ਕਾਰੋਬਾਰੀ ਸਿਸਟਮ ਬਣਾਇਆ, ਜਿਨ੍ਹਾਂ ਨੇ ਇਸ ਚੀਜ਼ 'ਚ ਅੱਗੇ ਜਾਣਾ। ਪਰ ਮੇਰੇ ਨਾਲ ਕੀ ਹੋਇਆ, ਜਦੋਂ ਉਹਨਾਂ ਨੇ ਗੱਲ ਕੀਤੀ ਔਰਤ ਬਾਰੇ ਜਾਂ ਲੜਕੀ ਬਾਰੇ, ਉਹਨਾਂ ਨੇ ਆਪਣੀਆਂ ਗੱਲਾਂ ਵਿਚਾਰ ਸਾਂਝੇ ਕੀਤੇ, ਉਹਨਾਂ ਨੇ ਲਿਖੇ। ਮੈਨੂੰ ਨਿਰਾਸ਼ਾ ਹੋਈ ਥੋੜ੍ਹੀ ਜਿਹੀ ਵੀ ਔਰਤ ਦਾ ਉਹ ਪਹਿਲੂ ਦੇਖਿਆ ਗਿਆ ਕਿ ਵੀ ਉਹਦੀ ਤੋਰ ਦੇ ਉੱਤੇ ਗੱਲ ਕੀਤੀ ਗਈ, ਉਹਦੇ ਬਾਹਰੀ ਹੁਸਨ ਦੇ ਉੱਤੇ ਗੱਲ ਕੀਤੀ ਗਈ, ਉਹਦਾ ਰੁਤਬਾ ਜਿਹੜਾ ਸੀ ਸਹੀ ਮੈਨੇ ਕੋਈ ਵੀ ਨਹੀਂ ਬਿਆਨ ਕਰ ਸਕਦਾ। ਔਰਤ ਦਾ ਇੱਕ ਰੱਬ ਦੀ ਬਣਾਈ ਹੋਈ ਬਖਸ਼ਿਸ਼ ਆ। ਕਹਿੰਦੇ ਇੱਕ ਪਰਮਾਤਮਾ ਵਾ ਜਿਹੜਾ ਕੋਈ ਰੂਹ ਨੂੰ ਇਸ ਫਾਨੀ ਦੁਨੀਆ ਦੇ ਉੱਤੇ ਭੇਜਦਾ, ਤੇ ਦੂਸਰੀ ਇੱਕ ਮਾਂ ਵਾ ਜਿਹਦੀ ਕੋਖ 'ਚੋਂ ਰੂਹ ਜਨਮ ਲੈ ਕੇ ਦੁਨੀਆ ਤੇ ਆਉਂਦੀ ਹੈ ਨਾ। ਤਾਂ ਉਹ ਪਰਮਾਤਮਾ ਦਾ ਦਰਜਾ ਉਸ ਔਰਤ ਦਾ। ਸਾਰਿਆਂ ਨੇ ਲਿਖਿਆ, ਮੈਨੂੰ ਜਿੰਨੀ ਕੁ ਸਮਝ ਸੀਗੀ ਮੈਂ ਉਹਨਾਂ ਕੁ ਲਿਖਿਆ। ਮੈਂ ਔਰਤ ਦੇ ਦਰਜੇ ਨੂੰ ਇਹੀ ਸੀਗਾ ਵੀ ਔਰਤ ਵਰਗੀ ਰਹਿਮਤ ਜੱਗ ਤੇ ਰੱਬ ਨੇ ਹੋਰ ਬਣਾਈ ਨਾ, ਇਹਦੇ ਸਾਥ ਬਿਨਾਂ ਕਿਸੇ ਨੇ ਜ਼ਿੰਦਗੀ ਸਫਲ ਬਣਾਈ ਨਾ। ਔਰਤ ਇੱਕ ਦਿਨ ਮਾਂ ਬਣ ਕੇ ਦੁਨੀਆ ਤੇ ਮਾਣ ਵਧਾਉਂਦੀ ਏ, ਸੁੱਕੀ ਥਾਂ ਤੇ ਪਾ ਬੱਚਿਆਂ ਨੂੰ ਗਿੱਲੀ ਥਾਂ ਤੇ ਸੌਂਦੀ ਏ। ਮਾਂ ਦੀਆਂ ਅਸੀਸਾਂ ਬਿਨਾਂ ਕਿਸੇ ਨੇ ਜ਼ਿੰਦਗੀ ਸਫਲ ਬਣਾਈ ਨਾ, ਓਏ ਔਰਤ ਵਰਗੀ ਰਹਿਮਤ ਜੱਗ ਤੇ ਰੱਬ ਨੇ ਹੋਰ ਬਣਾਈ ਨਾ। ਕੀ ਬਾਤ। ਭੈਣਾਂ ਨਾਲ ਹੀ ਵੀਰਾਂ ਦਾ ਰੁਤਬਾ ਜੱਗ ਤੇ ਪੈਂਦਾ ਏ, ਇੱਜ਼ਤ ਮਾਣ ਤੇ ਮਰਿਆਦਾ ਦਾ ਦਾਜ ਝੋਲੀ ਵਿੱਚ ਪੈਂਦਾ ਏ।
ਸੁੰਨੇ ਭੈਣਾ ਬਿਨਾ ਸੁੰਨੇ ਗੁੱਟ ਦੀ ਸ਼ਾਨ ਕਿਸੇ ਵਧਾਈ ਨਾ, ਓਏ ਔਰਤ ਵਰਗੀ ਰਹਿਮਤ ਜੱਗ ਤੇ ਰੱਬ ਨੇ ਹੋਰ ਬਣਾਈ ਨਾ। ਇੱਕ ਧੀ ਦਾ ਸੀਗਾ ਤੇ ਆਖਰੀ ਸੀਗਾ ਬੰਦੇ ਦਾ, ਔਰਤ ਜਿਸ ਦੀ ਇਹ ਹਮਸਾਥਣ ਬਣਦੀ ਨਾ ਕਿਸੇ ਚੀਜ਼ ਦੀ ਥੋੜ ਹੁੰਦੀ, ਬਦਕਿਸਮਤ ਦੀ ਕਿਸਮਤ ਰਿੱਕੀ ਚੰਗੇ ਰਾਹੇ ਮੋੜ ਦਿੰਦੀ। ਪਤੀ ਪਰਮੇਸ਼ਰ ਮੰਨਣ ਵਾਲੀ, ਪਤੀ ਪਰਮੇਸ਼ਵਰ ਮੰਨਣ ਵਾਲੀ ਜ਼ਾਤ ਹੋਰ ਕੋਈ ਪਾਈ ਨਾ, ਓਏ ਔਰਤ ਵਰਗੀ ਰਹਿਮਤ ਜੱਗ ਤੇ ਰੱਬ ਨੇ ਹੋਰ ਬਣਾਈ ਨਾ। ਔਰਤ ਉਹਦੀ ਰਹਿਮਤ ਆ, ਪਰਮਾਤਮਾ ਦੀ ਗੁਲਸਤਾਨ ਦੇ ਵਿੱਚ, ਉਹਦੇ ਬਾਗ ਦੇ ਵਿੱਚ ਸਭ ਤੋਂ ਜਿਹੜਾ ਖੂਬਸੂਰਤ ਫੁੱਲ ਆ ਨਾ, ਜਿਹਦੇ ਨਾਲ ਬਾਗ ਦੀ ਸ਼ਾਨ ਆ, ਉਹ ਇੱਕ ਔਰਤ ਆ। ਜਿਵੇਂ ਕਈ ਧਰਮਾਂ ਦੇ ਵਿੱਚ ਲਿਖਿਆ ਹੋਇਆ ਵੀ ਜਿਹੜੀ ਜੰਨਤ ਆ ਮਾਂ ਦੇ ਕਦਮਾਂ 'ਚ ਆ, ਇੱਕ ਔਰਤ ਆ, ਮਾਂ ਇੱਕ ਔਰਤ ਆ। ਪਹਿਲਾਂ ਔਰਤ ਤਾਂ ਦੇ ਨਹੀਂ ਦੇ ਸਕਦਾ ਕੋਈ, ਉਹਦਾ ਰੁਤਬਾ ਬਹੁਤ ਉੱਚਾ। ਅੱਛਾ ਰਿੱਕੀ ਬਾਈ, ਕਦੇ ਬਹੁਤ ਚੰਗਾ ਲੱਗਾ ਪਹਿਲੀ ਗੱਲ ਤਾਂ ਮਿਲ ਕੇ ਤੁਹਾਨੂੰ। ਤੁਹਾਡੀ ਅਕਸਰ ਜਿਹੜੀ ਸ਼ਾਇਰੀ ਸੀਗੀ ਉਹ ਸੁਣਦੇ ਜ਼ਰੂਰ ਹੁੰਦੇ ਸੀਗੇ, ਮੁਲਾਕਾਤ ਦਾ ਸਮਾਂ ਅੱਜ ਮਿਲਿਆ। ਪਰ ਇੱਕ ਗੱਲ ਮੈਂ ਜ਼ਰੂਰ ਚਾਹੂੰਗਾ ਕਿ ਅਕਸਰ ਲੋਕਾਂ ਨਾਲ ਜਦੋਂ ਮਿਲਦਾ ਨਾ ਤਾਂ ਕਹਿ ਦਿੰਦੇ ਨੇ, ਕਹਿੰਦੇ ਵੀ ਹਾਂ ਅਸੀਂ ਨਹੀਂ ਚੇਂਜ ਹੁੰਦੇ, ਵੀ ਅਸੀਂ ਇਸੇ ਰਾਹੇ ਦੇ ਵਿੱਚ ਪਵਾਂਗੇ, ਪਰ ਕੁਝ ਸਮੇਂ ਬਾਅਦ ਉਹ ਵੀ ਜਿਹੜਾ ਅੱਜ ਭੀੜ ਭੜਾਕ ਜੋ ਚੱਲ ਰਿਹਾ ਉਹ ਕਰਨ ਲੱਗ ਜਾਂਦੇ ਨੇ। ਇਹ ਸਵਾਲ ਮੇਰਾ ਰਿੱਕੀ ਬਾਈ ਨੂੰ ਵੀ ਹੋਊਗਾ ਕਿ ਬਾਈ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਭੀੜ ਤੋਂ ਹਟ ਕੇ ਲਿਖਣ ਲੱਗਿਆ ਆ, ਕਿ ਕੀ ਇਹ ਜਿਹੜੀ ਲਾਈਨ ਹੈ ਇਹ ਹਟ ਕੇ ਚੱਲਣ ਵਾਲੀ, ਇਹ ਅਪਣਾਓਗੇ? ਕਿਤੇ ਐਂ ਤਾਂ ਨਹੀਂ ਹੋਊਗਾ ਵੀ ਰਿੱਕੀ ਵੀ ਜਾ ਕੇ ਫਿਰ ਦੁਬਾਰਾ ਵੀ ਜਿਹੜਾ ਧੂਮ ਧੜੱਕੇ ਹਥਿਆਰ ਚੱਕ ਕੇ ਬਹਿ ਜਾਊਗਾ? ਦੇਖੋ ਰਿੱਕੀ ਕਾਖਾ, ਹਲਕਾ ਜਿਹਾ ਕਾਖਾ, ਉਹਦੀ ਬਖਸ਼ਿਸ਼ ਆ, ਉਹਨੇ ਟਿਕਾਇਆ ਹੋਇਆ। ਉਹਦੀ ਨੇਰ ਝੱਖੜ ਚੱਲੂਗਾ, ਉਹਦੇ ਹੀ ਚਲਾਇਆ, ਕਿਉਂਕਿ ਉਹ ਕਹਿੰਦੇ ਆ ਨਾ ਵੀ ਉਹਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ। ਮੈਂ ਤਾਂ ਆਪਣੇ ਆਪ ਨੂੰ ਕਹਿੰਦਾ ਹੀ ਨਹੀਂ ਕੁਛ, ਕਿਉਂਕਿ ਇਸ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਤਾਂ ਘਿਰੇ ਪਏ ਆ। ਸਾਡੀ ਮੱਤ ਕਦੋਂ ਵੱਜ ਜੇ ਬਾਈ ਜੀ ਕੁਛ ਨਹੀਂ ਪਤਾ, ਕਿਸੇ ਦਾ ਨਹੀਂ ਪਤਾ। ਐਵੇਂ ਮੈਂ ਵੱਡੀਆਂ ਛੱਡੀ ਜਾਵਾਂ, ਮੈਂ ਜੀ ਇਹ ਆ ਉਹ ਆ। ਉਹਦੇ ਅੱਗੇ ਅਰਦਾਸ ਜ਼ਰੂਰ ਬੇਨਤੀ ਆ ਅਕਾਲ ਪੁਰਖ ਦੇ, ਪਰਮਾਤਮਾ ਦੇ ਵੀ, ਸੱਚੇ ਪਾਤਸ਼ਾਹ ਜਿੱਥੇ ਤੂੰ ਹੁਣ ਤੱਕ ਅਕਲ ਬਖਸ਼ੀ ਆ, ਅੱਗੇ ਵੀ ਇਹ ਦਿਮਾਗ ਵੀ ਤੇਰਾ, ਇਹ ਅਲਫਾਜ਼ ਵੀ ਤੇਰੇ, ਇਹ ਆਵਾਜ਼ ਵੀ ਤੇਰੀ, ਇਹਨੂੰ ਜਿਵੇਂ ਚਲਾਉਣਾ ਚਲਾ ਲਈ। ਬੋਲਣ ਵਾਲਾ ਵੀ ਤੂੰ, ਬੁਲਾਉਣ ਵਾਲਾ ਵੀ ਤੂੰ, ਲਿਖਣ ਵਾਲਾ ਵੀ ਤੂੰ, ਲਿਖਾਉਣ ਵਾਲਾ ਵੀ ਤੂੰ, ਸਭ ਤੇਰੀ ਰਹਿਮਤ ਥੱਲੇ ਆ। ਰਿੱਕੀ ਤਾਂ ਬੁੱਲ ਹਲਾਈ ਜਾਂਦਾ, ਉਹਦੀ ਫੋਕੀ ਬੱਲੇ ਬੱਲੇ ਆ। ਕੰਮ ਤਾਂ ਉਹਦਾ ਹੀ ਆ, ਉਹਨੇ ਮੱਤ ਬਚਾ ਕੇ ਰੱਖੂਗਾ ਤਾਂ ਠੀਕ ਆ, ਨਹੀਂ ਸਾਡੇ ਕੋਈ ਕਰਮ ਮਾੜੇ ਆ ਜਾਣਗੇ, ਸਾਡੇ ਅੱਗੇ ਸਾਡੀਆਂ ਕੀਤੀਆਂ ਅੱਗੇ ਆ ਜਾਣਗੀਆਂ, ਜਾਂ ਕੋਈ ਜਾਣੇ ਅਣਜਾਣੇ 'ਚ ਕੋਈ ਭੁੱਲ ਆਜੂਗੀ, ਅਸੀਂ ਹੋ ਸਕਦਾ ਸਾਡੇ ਰਸਤੇ ਉਹ ਬਦਲ ਦੇਵੇ। ਪਰ ਜਿੰਨੇ ਚਿਰ ਉਹਨੇ ਸੋਝੀ ਬਖਸ਼ੀ ਆ ਉਹਨਾਂ ਚਿਰ ਕੋਸ਼ਿਸ਼ ਕਰਾਂਗੇ ਵੀ ਇਸ ਪਾਸੇ ਹੀ ਆ। ਬੰਦਾ ਆਪ ਨਹੀਂ ਮਾੜਾ ਹੁੰਦਾ, ਆਦਮੀ ਖੁਦ ਬੁਰਾ ਨਹੀਂ ਹੋਤਾ, ਉਸਕੇ ਹਾਲਾਤ ਬੁਰੇ ਹੋਤੇ ਹੈ। ਹਾਲਾਤ ਕਿਸੇ ਪਾਸੇ ਲੈ ਜਾਣ। ਕਈ ਵਾਰ ਕਹਿੰਦੇ ਜਿਹਨੇ ਬੰਦੇ ਨੇ ਕਦੇ ਕਹਿੰਦੇ ਨਾ ਕੁੱਤੇ ਨੂੰ ਸੋਟੀ ਨਹੀਂ ਮਾਰੀ ਹੁੰਦੀ, ਉਹ ਬੰਦਾ ਮਾਰ ਦਿੰਦਾ। ਕਿਉਂ ਮਾਰ ਦਿੰਦਾ? ਉਹਦੇ ਹਾਲਾਤ ਉਹਨੂੰ ਬੇਕਾਬੂ ਹੋ ਜਾਂਦੇ ਆ, ਮੱਤ ਵੱਜ ਜਾਂਦੀ ਆ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਹੀ ਮਾੜਾ ਸੀ ਸ਼ੁਰੂ ਤੋਂ, ਉਹਨੇ ਕੋਈ ਜੰਮਦੇ ਨੇ ਨਹੀਂ ਕਿਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਸੀ। ਹਾਲਾਤ ਬਹੁਤ ਕੁਝ ਸਿਖਾ ਦਿੰਦੇ ਆ, ਬੰਦੇ ਨੂੰ ਮਾਰ ਦਿੰਦੇ ਆ। ਪਰ ਪਰਮਾਤਮਾ ਸੋਝੀ ਬਖਸ਼ੀ ਰੱਖੇ। ਤੁਸੀਂ ਸਵਾਲ ਕਰਦੇ ਰਹੋ, ਤੁਸੀਂ ਅਵੇਅਰ ਰਹੋ ਸਾਡੇ ਨਾਲ ਵੀ ਹਾਂ ਵੀ ਜੇ ਰਿੱਕੀ ਇਹ ਕੰਮ ਕਰਦਾ ਤਾਂ ਅਸੀਂ ਉਹਨੂੰ ਫੜੀਏ ਜਾ ਕੇ। ਤੁਹਾਡਾ ਮੈਂ ਸੱਚੀ ਮੈਂ ਤੁਹਾਨੂੰ ਰਿਕਵੈਸਟ ਕਰਦਾ ਹੱਥ ਜੋੜ ਕੇ ਕਿ ਜੇ ਕੱਲ ਨੂੰ ਕਿਤੇ ਗਲਤੀ ਹੁੰਦੀ ਸਾਨੂੰ ਆ ਕੇ ਪੁੱਛੋ, ਸਾਨੂੰ 4 ਬੰਦਿਆਂ 'ਚ ਖੜਾ ਕੇ ਗੱਲ ਕਰਿਓ, ਤਾਂ ਜੋ ਅਸੀਂ ਜਵਾਬ ਦੇਣ ਲੱਗੇ ਕੰਬੀਏ। ਸਾਡਾ ਦਿਲ, ਸਾਡੀ ਰੂਹ ਕੰਬੇ ਵੀ ਅਸੀਂ ਯਾਰ ਉਹ ਗੱਲਾਂ ਵੱਡੀਆਂ ਕਰਦੇ ਆ, ਪਰ ਅਸੀਂ 'ਚ ਹੈ ਕੀ ਆ, ਹੈ ਨਾ ਸਮਝ ਆ। ਤੇ ਬਾਕੀ ਨਾਲ ਚੱਲਦੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਮਾਫੀ ਆ ਵੀ ਕੋਈ ਵੀ ਸ਼ਬਦ ਵੱਧ ਘੱਟ ਬੋਲਿਆ ਜਾਂਦਾ ਹੋਵੇ, ਕਿਉਂਕਿ ਮੈਂ ਨਾ ਸਮਝ ਤੇ ਸੋਝੀਹੀਨ ਸਮਝਦਾ ਆਪਣੇ ਆਪ ਨੂੰ। ਗੱਲਾਂ ਦੇ ਵਿੱਚ ਤੁਕਬੰਦੀ ਆ, ਬੇਬਹਿਰ ਬੇਵਜ਼ਨ ਗੱਲਾਂ ਨੇ, ਦਿਲ ਦੀਆਂ ਗੱਲਾਂ ਨੇ, ਦਿਲ 'ਚ ਜੋ ਸੀ ਉਹ ਜ਼ੁਬਾਨ ਤੇ ਆ ਜਾਂਦੀਆਂ ਨੇ। ਉਹੀ ਲਿਖਣ ਦੀ ਕੋਸ਼ਿਸ਼ ਕਰਦੇ ਆ, ਉਹੀ ਸੁਣਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਬਹੁਤ ਚੰਗਾ ਲੱਗਿਆ ਬਾਈ ਮਿਲ ਕੇ, ਤੇ ਉਮੀਦ ਕਰਦੇ ਆਪਾਂ ਇਦਾਂ ਹੀ ਅਕਸਰ ਮਿਲਦੇ ਰਹਾਂਗੇ, ਕਿਉਂਕਿ ਬਿਲਕੁਲ। ਸੋ ਦੋਸਤੋ, ਇਹ ਸਨ ਰਿੱਕੀ ਸ਼ੇਰਪੁਰੀ ਜੀ। ਬਹੁਤ ਘੱਟ ਲੋਕ ਹੁੰਦੇ ਨੇ ਦੋਸਤੋ, ਮੈਂ ਇਸ ਇੰਡਸਟਰੀ ਦੇ ਵਿੱਚ ਦੱਸ ਦੇਵਾਂ ਕਿ ਜੋ ਕੁਝ ਲੋਕਾਂ ਤੋਂ ਹਟ ਕੇ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਆ, ਕਈ ਚੀਜ਼ਾਂ ਤਾਂ ਐਸੀਆਂ ਚੱਲ ਰਹੀਆਂ ਨੇ ਕਿ ਜਿਹੜੀਆਂ ਦੱਸੀਆਂ ਵੀ ਨਹੀਂ ਜਾ ਸਕਦੀਆਂ, ਪਰ ਬਹੁਤ ਕੁਝ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਚੱਲ ਰਿਹਾ ਤੇ ਲੋਕ ਵੀ ਉਸ ਨੂੰ ਬੜਾ ਚੰਗਾ ਮੰਨਦੇ ਨੇ, ਬਹੁਤ ਸੁਣ ਰਹੇ ਨੇ, ਦਿਲ ਲਾ ਕੇ ਸੁਣ ਰਹੇ ਨੇ, ਬੜੇ ਵਿਊਜ਼ ਆ ਰਹੇ ਨੇ ਉਹਨਾਂ ਚੀਜ਼ਾਂ ਨੂੰ। ਪਰ ਐਸੀਆਂ ਚੀਜ਼ਾਂ ਸਮਾਜ ਦੇ ਵਿੱਚ ਪੇਸ਼ ਕਰਨੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜੋ ਅੱਜ ਵੀ ਜ਼ਿੰਦਾ ਨੇ, ਕਿਤੇ ਨਾ ਕਿਤੇ ਦਿਲਾਂ ਦੀਆਂ ਚੀਜ਼ਾਂ ਨੂੰ, ਮੈਂ ਅਕਸਰ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤਾ ਕਿ ਜਿਹੜੀ ਚੀਜ਼ ਆਪਾਂ ਦੇਖ ਲੈਂਦੇ ਹਾਂ, ਇੱਕ ਸ਼ਾਇਰ ਉਸ ਨੂੰ ਆਪਣੀ ਕਲਮ ਦੇ ਵਿੱਚ ਪਰੋ ਕੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਆ। ਬਹੁਤ ਸੋਹਣੇ ਤਰੀਕੇ ਨਾਲ ਆਪਣੇ ਅਲਫਾਜ਼ਾਂ ਦੇ ਨਾਲ ਇੱਕ ਘੇਰਾ ਬਣਾ ਕੇ ਉਸ ਨੂੰ ਬੜਾ ਸੋਹਣਾ ਬਿਆਨ ਕਰਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਦੇ ਨੇ। ਬਹੁਤ ਘੱਟ ਸ਼ਾਇਰ ਨੇ ਜਿਹੜੇ ਅੱਜ ਕੱਲ੍ਹ ਦੀ ਇੰਡਸਟਰੀ ਦੇ ਵਿੱਚ ਇੱਕ ਇਹ ਫੀਲਡ ਨੂੰ ਅਪਣਾਉਂਦੇ ਨੇ, ਤੇ ਬਾਈ ਨੇ ਅੱਜ ਵੀ ਅਪਣਾਇਆ ਹੈ, ਰਿੱਕੀ ਬਾਈ ਨੇ। ਤੇ ਉਮੀਦ ਕਰਦੇ ਹਾਂ ਬਾਈ ਇਸੇ ਤਰੀਕੇ ਦੇ ਨਾਲ, ਜਿਵੇਂ ਬਹੁਤ ਚੰਗਾ ਲਿਖਦੇ ਨੇ, ਇਸੇ ਤਰ੍ਹਾਂ ਡੂੰਘੀਆਂ ਗੱਲਾਂ ਜਿਹੜੀਆਂ ਨੇ ਉਹ ਲਿਖਦੇ ਰਹਿਣ ਦੇ। ਉਮੀਦ ਕਰਦੇ ਹਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।